बाकी भी बेटा कर लो सारे ही। अर्श कैम ऑन कर। सर ऑन है। ऑन है, मैनू नहीं दिखता। हाँ जी चलो 305 ऑन है। मेरे मेरे बैंडविड्थ दा रोला फिर। ऑन ऑन चलो कोई नहीं 305 और से बोल अच्छा हाँ जी बोल सर प्रेजेंट ते बोल दे 306 चन्नू वो सर 308 प्रेजेंट सर 309 प्रेजेंट सर 314 14 सर 15 प्रेजेंट सर 319 19 जूम कितना प्रेजेंट सर कल वाले टॉपिक च एडिशन करते हैं। लास्ट रह गया सी साडा दैट वाज इंप्रूविंग कवरेज। कवरेज ਨੂੰ ਆਪਾਂ ਕਿੱਦਾਂ ਇੰਪਰੂਵ ਕਰ ਸਕਦੇ ਹਾਂ ਉਹਦਾ ਆਪਾਂ ਮੈਥਡ ਕੀਤਾ ਸੀਗਾ। ਕੀ ਸੀਗਾ ਯਾਦ ਹੈ ਤੁਹਾਨੂੰ? ਕਵਰੇਜ ਲਈ ਆਪਾਂ ਕਿਹੜੀ ਚੀਜ਼ ਨਾਲ ਡਿਸਕਸ਼ਨ ਕਰਨੀ ਹੈ? ਫਾਰਮੂਲਾ ਸੀਗਾ ਆਪਾਂ ਕਿਸੇ ਵੀ ਸਿਗਨਲ ਦੀ ਕਵਰੇਜ ਵਧਾਣੀ ਹੋਵੇ, ਮੰਨ ਲਓ ਤੁਹਾਡੇ ਕੋਲ ਵਾਈਫਾਈ ਹੈ ਘਰ ਲੱਗਾ ਹੋਇਆ, ਵਾਈਫਾਈ ਦੀ ਤੁਸੀਂ ਕਵਰੇਜ ਵਧਾਣੀ ਆ, ਉਹ 3 ਕਮਰਿਆਂ ਨੂੰ ਕਵਰ ਕਰ ਰਿਹਾ ਤੇ ਅਗਲੇ ਕਮਰੇ ਤੱਕ ਨਹੀਂ ਪਹੁੰਚ ਰਿਹਾ, ਤੇ ਕੀ ਕਰਦੇ ਹੋ? रिपीटर ला देने सर। यस एच भी यही काम करांगे ਆਪਾਂ। ਜਦੋਂ ਕਵਰੇਜ ਵਧਾਣੀ ਹੋਵੇ ਸੈਲੂਲਰ ਸਿਸਟਮ ਦੀ ਤਾਂ ਆਪਾਂ ਜਿੱਥੇ ਆ ਕੇ ਉਹਦਾ ਸੈੱਲ ਦਾ ਕਵਰੇਜ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ ਉੱਥੇ ਰਿਪੀਟਰ ਲਗਾ ਦਿੰਦੇ ਆ। ਠੀਕ ਹੈ, ਉਹਦੇ ਨਾਲ ਕੀ ਆ ਉਹ ਸੈੱਲ ਦਾ ਏਰੀਆ ਵੱਧ ਜਾਂਦਾ। ਪਰ ਇਹਨੂੰ ਆਪਾਂ ਹਰ ਜਗ੍ਹਾ ਨਹੀਂ ਯੂਜ਼ ਕਰਦੇ, ਇਹਨੂੰ ਉਸ ਪੁਆਇੰਟ ਤੇ ਯੂਜ਼ ਕਰਦੇ ਆ ਜਿੱਥੇ ਸਾਨੂੰ ਪਤਾ ਕਿ ਯੂਜ਼ਰਸ ਜਿਹੜੇ ਆ ਉਹ ਘੱਟ ਹੈ ਪਰ ਰਹਿ ਦੂਰ ਦੂਰ ਰਹੇ ਆ। ਠੀਕ ਹੈ, ਜਿੱਦਾਂ ਕੋਈ ਮੰਨ ਲਓ ਵਿਲੇਜ ਰੂਰਲ ਏਰੀਆ ਆ, ਉਧਰਲੀ ਸਾਈਡ ਤੇ ਇੱਕ ਐਂਟੀਨਾ ਲੱਗਾ ਹੋਇਆ, ਹੁਣ ਉਹ ਪਤਾ ਉਸ ਐਂਟੀਨੇ ਨੇ ਕਵਰੇਜ ਜਿਹੜੀ ਦੇਣੀ ਆ ਉਹ 1 ਕਿਲੋਮੀਟਰ ਤੱਕ ਦੇਣੀ, ਬਟ ਯੂਜ਼ਰ 1 ਕਿਲੋਮੀਟਰ ਤੱਕ ਘੱਟ ਹੈ, ਉਸ ਤੋਂ ਅੱਗੇ ਥੋੜੀ ਦੂਰ ਯੂਜ਼ਰ ਥੋੜੇ ਜਿਹੇ ਜ਼ਿਆਦਾ। ਦੈਟ ਮੀਨਸ ਉਹ ਵੇਸਟੇਜ ਨਾ ਜਾਵੇ ਸਿਗਨਲ, ਠੀਕ ਹੈ, ਸਾਰੇ ਕਵਰ ਅਪ ਹੋ ਜਾਵੇ। ਉਹਦੇ ਕਰਕੇ ਉਹ ਕੀ ਕਰਦੇ ਉੱਥੇ ਰਿਪੀਟਰ ਲਾ ਦਿੰਦੇ ਆ ਕਿ ਥੋੜੀ ਉਹਦੀ ਕਵਰੇਜ ਵੱਧ ਜਾਵੇ ਤਾਂ ਕਿ ਯੂਜ਼ਰਸ ਪ੍ਰੋਪਰਲੀ ਉਹਨੂੰ ਮਿਲ ਸਕਣ ਤੇ ਉਹ ਉਦੋਂ ਉਹਨੂੰ ਕਵਰ ਅਪ ਕਰ ਸਕੇ। ਠੀਕ ਹੈ, ਉਹਨੂੰ ਆਪਾਂ ਕਹਿੰਦੇ ਰਿਪੀਟਰਸ। तो रिपीटर दे सामने स्क्रीन दिख रही सबनों? जी सर राइट। रिपीटर की चीज है, ਆਪਾਂ ਦੀ 5 ਮਾਰਕਸ ਦਾ ਕੁਐਸਚਨ ਆਂਦਾ ਇਹਦੇ ਬਾਰੇ ਕਿ ਕੱਲਾ ਰਿਪੀਟਰ ਬਾਰੇ ਵੀ ਆ ਸਕਦਾ ਹੈ ਜਾਂ ਇਕੱਠਾ ਵੀ ਆ ਸਕਦਾ ਹੈ ਇੰਪਰੂਵਿੰਗ ਕਵਰੇਜ ਐਂਡ ਕੈਪੈਸਿਟੀ। ਸੋ ਰਿਪੀਟਰ ਬਾਰੇ ਇਹਨਾਂ ਨੇ ਦਿੱਤਾ ਹੋਇਆ ਹੈ, ਯੂ ਕੈਨ ਸੀ ਹੇਅਰ, often a wireless operator needs to provide dedicated coverage for hard to reach areas। ਉਹ ਕਹਿੰਦੇ ਵੈਸੇ ਤਾਂ ਵਾਇਰਲੈਸ ਆਪਰੇਟਰ ਨੂੰ ਹਮੇਸ਼ਾ ਰਿਕੁਆਇਰਮੈਂਟ ਹੁੰਦੀ ਕਿ ਉਹ ਡੈਡੀਕੇਟਿਡ ਕਵਰੇਜ ਦੇਵੇ ਉਸ ਪੁਆਇੰਟ ਤੇ ਜਿੱਥੇ ਪਹੁੰਚਣਾ ਮੁਸ਼ਕਿਲ ਹੁੰਦਾ, such as within buildings or in valley or tunnels। ਠੀਕ ਹੈ, radio retransmitters known as repeaters are often used to provide such range extension capabilities। ਜਿਹੜੀ ਆਪਾਂ ਉਹਨੂੰ hard to reach areas ਹੈ, ਜਿੱਦਾਂ ਇਹਨਾਂ ਨੇ ਕਿਹਾ ਹੋ ਗਈਆਂ, tunnels ਹੋ ਗਈਆਂ, ਜਾਂ within the buildings ਜਿੱਦਾਂ ਅੰਡਰਗਰਾਊਂਡ ਹੋ ਗਿਆ, ਉੱਥੇ ਤੱਕ ਅਗਰ ਆਪਾਂ ਸਿਗਨਲ ਪਹੁੰਚਾਣਾ ਆ ਹੋ ਗਈ ਤਾਂ ਆਪਾਂ ਨੂੰ ਰੀਟ੍ਰਾਂਸਮਿਟਰਸ ਲਗਾਉਣੇ ਪੈਂਦੇ, that is called the repeater। these are the bidirectional in nature। bidirectional ਦਾ ਮਤਲਬ ਹੁੰਦਾ ਕਿ ਇੱਕ ਪਾਸਿਓਂ ਸਿਗਨਲ ਲੈ ਰਿਹਾ ਦੂਜੇ ਪਾਸਿਓਂ ਸਿਗਨਲ ਦੇ ਰਿਹਾ, ਮਤਲਬ it works on both sides। ਠੀਕ ਹੈ, and simultaneously send signal to and receive signal from a serving base station। ਇਧਰੋਂ ਦੀ ਸਿਗਨਲ ਬੇਸ ਸਟੇਸ਼ਨ ਦੇ ਨਾਲ ਲਏਗਾ, ਤੁਹਾਨੂੰ ਦੇਗਾ ਵੀ। ठीक है, that is why it is called the bidirectional। मतलब ਇਹਦਾ ਕੰਮ ਕੀ ਹੈ, it is an intermediator between mobile station and base station। ठीक है,
ਦੋਨਾਂ ਦੇ ਵਿਚਕਾਰ ਇੱਕ ਇੰਟਰਮੀਡੀਏਟਰ ਹੈ। ਮੋਬਾਈਲ ਸਟੇਸ਼ਨ ਤੋਂ ਸਿਗਨਲ ਲੈ ਕੇ ਬੇਸ ਸਟੇਸ਼ਨ ਨੂੰ ਦੇਗਾ, ਬੇਸ ਸਟੇਸ਼ਨ ਤੋਂ ਸਿਗਨਲ ਲੈ ਕੇ ਮੋਬਾਈਲ ਸਟੇਸ਼ਨ ਨੂੰ ਦੇਗਾ। ਠੀਕ ਹੈ, ਕੰਮ ਕੀ ਕਰੇਗਾ, ਜਸਟ ਉਹਦੀ ਕਵਰੇਜ ਨੂੰ ਇਨਕਰੀਜ਼ ਕਰੇਗਾ। ਰੇਂਜ ਐਕਸਟੈਂਡਰ ਹੈ ਕਿ ਜੇ ਮੋਬਾਈਲ ਸਟੇਸ਼ਨ ਉਹਦੀ ਬੇਸ ਸਟੇਸ਼ਨ ਦੀ ਰੇਂਜ ਵਿੱਚ ਨਹੀਂ ਆ ਰਿਹਾ ਤਾਂ ਉੱਥੇ ਆਪਾਂ ਇੱਕ ਇਦਾਂ ਦਾ ਰਿਪੀਟਰ ਲਗਾਤਾ ਜਿਹਦੇ ਨਾਲ ਰੇਂਜ ਵੱਧ ਗਈ ਤੇ ਮੋਬਾਈਲ ਸਟੇਸ਼ਨ ਥੋੜੀ ਦੂਰ ਤੋਂ ਵੀ ਕਵਰ ਅਪ ਕਰ ਸਕਦਾ ਬੇਸ ਸਟੇਸ਼ਨ। ਠੀਕ ਹੈ, ਇਟ ਵਰਕਸ ਯੂਜ਼ਿੰਗ ਓਵਰ ਦਾ 에ਅਰ ਸਿਗਨਲਸ। ਬੇਸਿਕਲੀ ਇਹ ਸਾਰਾ ਦਾ ਸਾਰਾ ਵਾਇਰਲੈਸ ਮੀਡੀਅਮ ਤੇ ਕੰਮ ਕਰਦਾ ਹੈ। ਓਵਰ ਦਾ ਸਿਗਨਲ, ਓਵਰ ਦਾ 에ਅਰ ਮਤਲਬ ਵਾਇਰਲੈਸ ਮੀਡੀਅਮ, ਐਂਡ ਦੇ ਮੇ ਬੀ ਇੰਸਟਾਲਡ ਐਨੀਵੇਅਰ। ਇਹਨੂੰ ਆਪਾਂ ਜ਼ਰੂਰੀ ਨਹੀਂ ਹੈ ਕਿ ਫਿਕਸਡ ਜਗ੍ਹਾ ਕਰ ਸਕਦੇ ਹਾਂ, ਤੇ ਸਾਨੂੰ ਪਤਾ ਹੈ ਕਿ ਵਾਇਰਲੈਸ ਦੇ ਸਿਗਨਲ ਨਾਲ ਹੀ ਕੰਮ ਕਰਨਾ ਹੈ। ਦੈਟ ਮੀਨਸ ਪਿੱਛੋਂ ਸਿਗਨਲ ਵਾਇਰਲੈਸ ਆ ਰਿਹਾ, ਅੱਗੋਂ ਵੀ ਵਾਇਰਲੈਸ ਹੀ ਦੇਗਾ। ਦੈਟ ਮੀਨਸ ਇਹਨੂੰ ਕਿਤੇ ਵੀ ਇੰਸਟਾਲ ਕੀਤਾ ਜਾ ਸਕਦਾ ਔਨ ਐਨੀ ਹਾਈਟ ਤੇ, ਬਿਲਡਿੰਗ ਦੀ ਹਾਈਟ ਤੇ ਲਗਾਇਆ ਜਾ ਸਕਦਾ ਹੈ ਜਾਂ ਬਿਲਡਿੰਗ ਦੇ ਵਿਦਿਨ ਬਿਲਡਿੰਗ ਲਗਾਇਆ ਜਾ ਸਕਦਾ। ਜਿੱਦਾਂ ਆਪਾਂ ਨਾਰਮਲ ਸਾਡੇ ਘਰ ਐਕਸਟੈਂਡਰ ਹੁੰਦੇ ਆ, ਰੇਂਜ ਐਕਸਟੈਂਡਰ, ਆਪਾਂ ਨੂੰ ਕਿਸੇ ਵੀ ਕਮਰੇ 'ਚ ਕਿਸੇ ਵੀ ਜਗ੍ਹਾ ਤੇ ਲਗਾ ਸਕਦੇ ਹਾਂ, ਸਿਰਫ ਉਹਨੂੰ ਪਾਵਰ ਸਪਲਾਈ ਚਾਹੀਦੀ ਹੈ। ਠੀਕ ਹੈ, they are capable of repeating an entire cellular PCS band। ਬੇਸਿਕਲੀ ਇਹ ਕੀ ਕਰਦਾ ਹੈ, ਰਿਪੀਟਰ ਦਾ ਜਿਹੜਾ ਕੰਮ ਹੁੰਦਾ ਹੈ, ਇਟ ਇਜ਼ ਬੇਸਿਕਲੀ ਰਿਪੀਟ ਦਾ ਸਿਗਨਲ। ਇਹ ਕੀ ਕਰਦਾ, ਆਪਣੇ ਵੱਲੋਂ ਕੋਈ ਸਿਗਨਲ ਜਨਰੇਟ ਨਹੀਂ ਕਰਦਾ, ਸਿਰਫ ਪਿੱਛੋਂ ਰਿਸੀਵ ਕਰਦਾ ਸਿਗਨਲ ਨੂੰ, ਉਹਨੂੰ ਐਂਪਲੀਫਾਈ ਕਰਕੇ ਅੱਗੇ ਭੇਜ ਦਿੰਦਾ। ਦੈਟਸ ਦਾ ਓਨਲੀ ਥਿੰਗ ਇਟ ਵਿਲ ਡੂ। ਇਹਦੇ ਕੋਲ ਆਪਣੀ ਕੋਈ ਸਮਾਰਟ ਪਾਵਰ ਨਹੀਂ ਹੈ ਟੂ ਜਨਰੇਟ ਦਾ ਸਿਗਨਲ, ਨਾ ਇਹ ਕਿਸੇ ਫ੍ਰੀਕੁਐਂਸੀ ਪਾਰਟਿਕੂਲਰ ਫ੍ਰੀਕੁਐਂਸੀ ਤੇ ਕੰਮ ਕਰਦਾ। it will accept the signal and amplify it and boost the signal towards the new area। right, आवाज आ रही ना मेरी? हाँ जी। right, next है upon receiving the signal from base station forward link। ਜਦੋਂ base station ਤੋਂ signal receive ਕਰਦਾ ਹੈ, the repeater amplifies and re-radiates the base station signal to the specific coverage region। ਇਸ ਲਾਈਨ ਵਿੱਚ ਸਾਰਾ ਇਹਦਾ repeater ਦਾ ਇੱਕ ਲਾਈਨ ਇੰਪੋਰਟੈਂਟ ਹੈ ਕਿ ਪਿੱਛੋਂ ਸਿਗਨਲ ਲੈਂਦਾ, ਰਿਸੀਵ ਕਰਦਾ ਬੇਸ ਸਟੇਸ਼ਨ ਤੋਂ, ਦੈਨ ਇਟ ਐਂਪਲੀਫਾਈਜ਼। ਦੂਜਾ ਕੰਮ ਹੈ ਐਂਪਲੀਫਾਈ ਕਰਨਾ, ਤੇ ਤੀਜਾ ਕੰਮ ਹੈ ਰੀ ਰੇਡੀਏਟ ਕਰਨਾ। ਮਤਲਬ 3 processes are there, 1 is to receive, second is to amplify and third is to re-radiate या transmit। ठीक है, सो 3 स्टेप ਦੇ ਵਿੱਚ ਕੰਮ ਕਰਦਾ ਹੈ। ਆਪਣੀ ਕੋਈ ਫ੍ਰੀਕੁਐਂਸੀ ਨਹੀਂ ਯੂਜ਼ ਕਰਦਾ ਹੈ ਟੂ ਟ੍ਰਾਂਸਮਿਟ ਦਾ ਸਿਗਨਲ, ਜੋ ਪਿੱਛੋਂ ਆਇਆ ਸਿਰਫ ਉਹਦੇ ਨਾਲ ਹੀ ਇਹਨੇ ਡੀਲ ਕਰਨਾ। Unfortunately, the received noise and interference is also re-radiated by the repeater on both the forward and reverse link। But ਇਹਦੀ ਇੱਕ ਸਭ ਤੋਂ ਵੱਡੀ disadvantage ਕੀ ਹੈ ਕਿ ਜਿੱਥੇ ਰਿਪੀਟਰ ਲੱਗਾ ਹੈ, ਦੋਨੋਂ ਪਾਸੇ ਉਹਨੇ ਸਿਗਨਲ ਲੈਣਾ, from the mobile station, from the base station। ਅਗਰ base station ਵੱਲੋਂ ਕੋਈ interference ਜਾਂ noise ਆ ਰਹੀ ਹੈ, ਇਹਨੇ ਉਹਨੂੰ ਵੀ re-radiate ਕਰ ਦੇਣਾ, ਉਹਨੂੰ ਵੀ amplify ਕਰ ਦੇਣਾ। ਅਗਰ mobile station ਵੱਲੋਂ ਕੋਈ noise ਜਾਂ interference ਆ ਰਹੀ ਹੈ, ਇਹਨੇ ਉਹਨੂੰ ਵੀ re-radiate ਜਾਂ amplify ਕਰਕੇ base station ਵੱਲ ਭੇਜ ਦੇਣਾ। ਸੋ ਇਹਦੀ ਇੱਕ ਕੋਈ drawback ਹੈ ਕਿ ਇਹ ਸਿਗਨਲ ਨੂੰ, ਜਿਹੜਾ ਵੀ ਸਿਗਨਲ ਆ ਰਿਹਾ ਉਹਨੂੰ amplify ਕਰ ਲੈਂਦਾ। ਮਤਲਬ ਇਹ ਸਿਗਨਲ ਨੂੰ receive ਕਰ ਚੁੱਕਾ ਹੈ, ਉਹਨੂੰ amplify ਕਰਕੇ transmit ਕਰੇਗਾ। there is no smart thing in the repeater। ठीक है, so care must be taken to properly place the repeater and to adjust the various forward and reverse link amplifier levels and antenna patterns। तो ਇਹਨੂੰ ਜਦੋਂ ਲਗਾਉਂਦੇ ਆ ਆਪਾਂ ਰਿਪੀਟਰ ਨੂੰ in the cellular system, care must be taken ਕਿ ਕਿੱਥੇ ਲਗਾਉਣਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਏਰੀਆ 'ਚ ਸੈਲੂਲਰ ਜਿਹੜੀ ਕਮਿਊਨੀਕੇਸ਼ਨ ਆ ਉਹ ਕਵਰੇਜ ਨਹੀਂ ਪਹੁੰਚ ਰਹੀ, ਉੱਥੇ ਤੱਕ ਯੂਜ਼ਰਸ ਨੂੰ ਕਵਰੇਜ ਪਹੁੰਚਾਉਣ ਲਈ ਪ੍ਰੋਪਰਲੀ ਇਹਨੂੰ ਮੇਨਟੇਨ ਕਰਨਾ ਪੈਂਦਾ ਕਿ ਕਿੱਥੇ ਲਗਾਉਣਾ। ਦੈਨ ਫਾਰਵਰਡ ਤੇ ਰਿਵਰਸ ਲਿੰਕ ਐਂਪਲੀਫਾਇਰ ਨੂੰ ਮੇਨਟੇਨ ਕਰਨਾ ਪੈਂਦਾ ਕਿ ਕਿਹੜੇ ਸਿਗਨਲ ਨੂੰ ਰਿਸੀਵ ਕਰਨਾ, ਕਿਸ ਬੈਂਡ ਨੂੰ ਰਿਸੀਵ ਕਰਨਾ ਤੇ ਕਿਸ ਬੈਂਡ ਨੂੰ ਸਟਾਪ ਕਰਨਾ। ਦੈਨ ਐਂਟੀਨਾ ਦਾ ਪੈਟਰਨ ਕੀ ਹੋਣਾ ਚਾਹੀਦਾ ਕਿ ਓਮਨੀ ਡਾਇਰੈਕਸ਼ਨਲ ਹੋਣਾ ਚਾਹੀਦਾ, ਡਾਇਰੈਕਸ਼ਨਲ ਹੋਣਾ ਚਾਹੀਦਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਪਰ ਦੇਖ ਕੇ ਹੀ ਆਪਾਂ ਰਿਪੀਟਰ ਲਗਾਉਂਦੇ ਹਾਂ। It can be easily thought of as bi-directional bent pipe। It will act like a bent pipe। Bent pipe समझते हो? बेंट पाइप सर? Bent pipe जिदा वेवगाइड नहीं होंदी, वेवगाइड दा चैप्टर पढ़िया माइक्रोवेव च? हाँ जी सर, पढ़ते आंदा नहीं है। ਉਹਦੇ ਚ ਕੀ ਹੈ, ਮੰਨ ਲਓ ਇੱਥੋਂ ਦੀ ਇੱਕ ਬੇਸ ਸਟੇਸ਼ਨ ਲੱਗਾ, ਇੱਥੇ ਤੱਕ ਸਿਗਨਲ ਪਹੁੰਚਾ ਰਿਹਾ, ਪਰ ਆਪਾਂ ਕੋਲ ਜਿਹੜਾ ਮੋਬਾਈਲ ਯੂਜ਼ਰ ਹੈ ਉਹ ਇੱਥੇ ਹੈ। ਹੁਣ ਇੱਥੋਂ ਤੱਕ ਸਿਗਨਲ ਉਹਨੂੰ ਬੇਸ ਸਟੇਸ਼ਨ ਦੇ ਰਿਹਾ, ਆਪਾਂ ਇੱਥੇ ਤੱਕ ਕਿੱਦਾਂ ਪਹੁੰਚਣਾ? ਇੱਕ ਬੈਂਟ ਪਾਈਪ ਲਗਾ ਦਈਏ। ਮੰਨ ਲਓ ਬੈਂਟ ਪਾਈਪ ਦਾ ਕੰਮ ਹੁੰਦਾ ਕਿ ਉਹ ਸਿਗਨਲ ਨੂੰ ਰੂਟ ਪ੍ਰੋਵਾਈਡ ਕਰ ਦੇਣਾ, ਠੀਕ ਹੈ, ਨਵਾਂ ਰੂਟ ਦੇ ਦੇਣਾ ਤਾਂ ਕਿ ਯੂਜ਼ਰ ਤੱਕ ਪਹੁੰਚਿਆ ਜਾ ਸਕੇ।
ਸੋ ਰਿਪੀਟਰ ਨੇ ਇਹ ਕੰਮ ਕਰਨਾ, ਬੇਸਿਕਲੀ ਰਿਪੀਟਰ ਨੇ ਇਹਨੂੰ ਰੇਂਜ ਨੂੰ ਕਵਰ ਅਪ ਕਰਨਾ, ਬਟ ਜੇ ਆਪਾਂ ਸੋਚਿਆ ਜਾਵੇ ਤਾਂ ਕੰਮ ਕੀ ਹੈ, ਇਹਨੂੰ ਪਾਥ ਦੇ ਦਿੰਦਾ ਸਿਗਨਲ ਨੂੰ ਤਾਂ ਕਿ ਮੋਬਾਈਲ ਤੱਕ ਪਹੁੰਚਿਆ ਜਾਵੇ। ਐਂਡ ਦਿਸ ਵਿਲ ਐਕਟ ਲਾਈਕ ਅ ਬੈਂਟ ਪਾਈਪ। ਬੈਂਟ ਪਾਈਪ ਮਤਲਬ ਡਕਟ, ਜਿੱਦਾਂ ਆਪਾਂ ਚਿਮਨੀ ਦੇ ਉੱਪਰ ਡਕਟ ਲਾਉਂਦੇ ਨਾ ਉੱਪਰ ਸਿਗਨਲ ਪਹੁੰਚਾਉਣ ਲਈ, ਉੱਪਰ ਧੂਆਂ ਪਹੁੰਚਾਉਣ ਲਈ। ਹੁਣ ਕਈ ਘਰਾਂ 'ਚ ਜਿਹੜੀ ਆ ਉੱਪਰ ਤੱਕ ਸਿੱਧਾ ਪਹੁੰਚ ਜਾਂਦੀ ਹੈ ਡਕਟ, ਕਈ ਘਰਾਂ 'ਚ ਘੁਮਾ ਕੇ ਪਹੁੰਚਾਉਣੀ ਪੈਂਦੀ ਹੈ। ਸੋ ਅਕੋਰਡਿੰਗ ਟੂ ਦੈਟ ਉਹ ਡਕਟ ਉੱਦਾਂ ਘੁਮਾ ਦਿੱਤੀ ਜਾਂਦੀ ਹੈ। ਇੱਦਾਂ ਹੀ ਰਿਪੀਟਰ ਦਾ ਕੰਮ ਹੈ ਕਿ ਸਿਗਨਲ ਨੂੰ ਡਾਇਰੈਕਸ਼ਨ ਦੇ ਦਿੱਤੀ ਜਾਂਦੀ ਹੈ ਜਿੱਧਰ ਨੂੰ ਯੂਜ਼ਰ ਬੈਠਾ ਹੋਵੇ ਉੱਧਰਲੀ ਸਾਈਡ। ਠੀਕ ਹੈ, ਓਕੇ। ਸਰ ਯੂਜ਼ਰ ਕਿੰਨੇ ਸਾਰੇ ਹੀ ਹੋਣੇ ਆ ਤੇ ਉਹ ਕਿੱਦਾਂ ਇੱਧਰ ਉੱਧਰ ਕਿੱਦਾਂ ਫੈਲੇਗੀ? ਆ ਦੇਖਾ ਜਿੱਦਾਂ ਨਾ ਇੱਕ ਬਿਲਡਿੰਗ ਦਿੱਤੀ ਆ, ਹੁਣ ਇਹ ਬਿਲਡਿੰਗ ਦੇ ਉੱਤੇ ਇੱਥੋਂ ਇੱਕ ਟਾਵਰ ਲੱਗਾ, ਇਹ ਬੇਸ ਸਟੇਸ਼ਨ ਹੈ। ਮੈਂ ਇੱਕ ਮਿੰਟ ਤੁਹਾਨੂੰ ਕਲੀਅਰ ਕਰਕੇ ਦਿਖਾਣਾ। ਦਿਸ ਇਜ਼ ਦਾ ਬੇਸ ਸਟੇਸ਼ਨ, ਠੀਕ ਹੈ। ਆ ਇੱਕ ਰੂਫਟੌਪ ਟਾਵਰ ਲੱਗਾ ਜਿੱਥੇ ਰਿਸੀਵਰ ਐਂਡ ਹੈ, ਮਤਲਬ ਇਸ ਬਿਲਡਿੰਗ ਨੂੰ ਪੂਰਾ ਕਵਰ ਅਪ ਕਰਨ ਲਈ ਇੱਧਰ ਦੇ ਪਾਸੇ ਰਿਸੀਵਰ ਐਂਡ ਲੱਗਾ ਜਿਹੜਾ ਇਸ ਬੇਸ ਸਟੇਸ਼ਨ ਤੋਂ ਸਿਗਨਲ ਲੈ ਰਿਹਾ, ਠੀਕ ਹੈ। ਬਟ ਬਿਲਡਿੰਗ ਦੇ ਵਿੱਚ ਕਾਫੀ ਸਾਰੀਆਂ ਵਾਲਸ ਹੈਗੀਆਂ, ਜਾਂ ਬਹੁਤ ਵੱਡੀ ਬਿਲਡਿੰਗ ਹੈ, ਇੱਕ ਕੈਂਪਸ ਹੈ ਪੂਰਾ। ਉਹ ਸਿਗਨਲ ਜਿਹੜਾ ਬੰਦਾ ਇੱਥੇ ਬੈਠਾ ਹੋਇਆ ਉਹਨੂੰ ਸਿਗਨਲ ਨਹੀਂ ਪਹੁੰਚ ਰਿਹਾ, ਠੀਕ ਹੈ, ਜਾਂ ਬੰਦਾ ਇੱਥੇ ਬੈਠਾ ਉਹਨੂੰ ਸਿਗਨਲ ਨਹੀਂ ਪਹੁੰਚ ਰਿਹਾ, ਬਿਕੋਜ਼ ਰੂਫਟੌਪ ਐਂਟੀਨਾ ਤੇ ਸਿਰਫ ਟੌਪ ਤੇ ਸਿਗਨਲ ਆ ਰਿਹਾ, ਬਾਕੀ ਅੰਦਰ ਨਹੀਂ ਹਾਲੇ ਪਹੁੰਚ ਰਿਹਾ। ਫਿਰ ਉਹ ਕੀ ਕੀਤਾ ਜਾਂਦਾ ਹੈ, ਰੂਫਟੌਪ ਐਂਟੀਨਾ ਜਿੱਥੇ ਤੱਕ ਸਿਗਨਲ ਪਹੁੰਚਾਉਂਦਾ ਉਸ ਪੁਆਇੰਟ ਤੇ ਰਿਪੀਟਰ ਲਗਾ ਦਿੱਤਾ ਜਾਂਦਾ। ਇੱਕ ਰਿਪੀਟਰ ਲੱਗ ਗਿਆ। ਹੁਣ ਰਿਪੀਟਰ ਤੋਂ ਅੱਗੇ ਆ ਦੇਖੋ ਆ ਪਾਈਪਾਂ ਬਣੀਆਂ ਹੋਈਆਂ, ਥੀਸ ਆਰ ਕਾਲਡ ਡਿਸਟ੍ਰੀਬਿਊਟਿਡ ਐਂਟੀਨਾਸ। ਰਿਪੀਟਰ ਤੋਂ ਵਾਇਰਡ ਸਿਸਟਮ ਲੈ ਕੇ ਇੱਥੇ ਇੱਕ ਐਂਟੀਨਾ ਸਿਸਟਮ ਲਗਾ ਦਿੱਤਾ ਜਾਂਦਾ, ਮਤਲਬ ਰਿਪੀਟਰ ਤੋਂ ਸਿਗਨਲ ਲਿਆ, ਉਹਨੇ ਐਂਪਲੀਫਾਈ ਕਰਕੇ ਅਲੱਗ-ਅਲੱਗ ਪੁਆਇੰਟ ਦੇ ਉੱਤੇ ਉਹਨੂੰ ਆਪਾਂ ਐਂਟੀਨਾਸ ਲਗਾਤੇ, ਦੈਟ ਇਜ਼ ਕਾਲਡ ਡਿਸਟ੍ਰੀਬਿਊਟਿਡ ਐਂਟੀਨਾ ਸਿਸਟਮ, DAS ਕਹਿੰਦੇ ਆਪਾਂ। ਹੁਣ ਜਦੋਂ ਇਹ ਐਂਟੀਨਾ ਸਿਸਟਮ ਲੱਗ ਜਾਂਦਾ ਤੇ ਉਦੋਂ ਕੀ ਹੁੰਦਾ, ਸਾਰੇ ਕੈਂਪਸ ਨੂੰ ਸਿਗਨਲ ਆਉਣਾ ਸ਼ੁਰੂ ਹੋ ਜਾਂਦਾ। ਇੱਥੋਂ ਦੀ ਸਿਗਨਲ ਆ ਗਿਆ, ਇਹਨੇ ਇੰਨਾ ਏਰੀਆ ਕਵਰ ਕਰ ਲੈਣਾ, ਇੱਥੋਂ ਦੀ ਸਿਗਨਲ ਆ ਗਿਆ, ਇਹਨੇ ਇੰਨਾ ਏਰੀਆ ਕਵਰ ਕਰ ਲੈਣਾ, ਇੱਥੋਂ ਸਿਗਨਲ ਆ ਗਿਆ, ਇਹਨੇ ਇੰਨਾ ਏਰੀਆ ਕਵਰ ਅਪ ਕਰ ਦੇਣਾ। ਸੋ ਜਿਹੜੇ ਰਿਪੀਟਰਸ ਲੱਗੇ ਹੋਏ ਆ, ਦੇ ਆਰ ਬੇਸਿਕਲੀ ਬੈਕਬੋਨ ਟੂ ਸੈਂਡ ਦਾ ਸਿਗਨਲ ਇਨ ਦਾ ਕੈਂਪਸ, ਠੀਕ ਹੈ। ਕਲੀਅਰ? ਤੁਸੀਂ ਮੰਨ ਲਓ ਤੁਸੀਂ ਇੰਜੀਨੀਅਰ ਹੋ, ਤੁਸੀਂ ਇਸ ਕਾਲਜ ਨੂੰ ਪੂਰਾ ਵਾਈਫਾਈ ਕੈਂਪਸ ਕਰਨਾ ਹੈ, ਤੇ ਸਾਡੇ ਕੋਲ ਇੱਕੋ ਹੀ ਰੂਫਟੌਪ ਐਂਟੀਨਾ ਲੱਗਾ ਜਿਹੜਾ ਸਾਡੇ ਡਿਪਾਰਟਮੈਂਟ ਦੇ ਉੱਪਰ ਆ, ਠੀਕ ਹੈ। ਕਨੈਕਟ ਦਾ ਐਂਟੀਨਾ ਉਹ ਸਾਡੇ ਡਿਪਾਰਟਮੈਂਟ ਦੇ ਉੱਪਰ ਜਿਹੜਾ ਟਾਵਰ ਲੱਗਾ ਹੋਇਆ ਉੱਥੇ ਆ ਰਿਹਾ, ਛੋਟਾ ਜਿਹਾ ਐਂਟੀਨਾ, ਮਤਲਬ ਇੱਕੋ ਹੀ ਸਿਰਫ ਉਹ ਲੱਗੀ ਹੋਈ ਆ ਉੱਤੇ ਰਿਸੀਵਰ ਐਂਡ ਦੀ ਉਹ ਲੱਗਾ ਹੋਇਆ ਡੱਬਾ ਜਿਹਾ। ਪੂਰੇ ਕੈਂਪਸ ਨੂੰ ਵਾਈਫਾਈ ਕਰਨ ਲਈ ਕੀ ਕਰਦੇ ਆ ਆਪਾਂ, ਰੂਫਟੌਪ ਐਂਟੀਨਾ ਤੋਂ ਸਿਗਨਲ ਲੈ ਕੇ ਆਉਂਦੇ ਆ ਨੀਚੇ ਸਰਵਰ ਤੱਕ, ਠੀਕ ਹੈ। ਹੁਣ ਸਰਵਰ ਤੋਂ ਇਹ ਮੰਨ ਲਓ ਸਰਵਰ ਹੈ ਸਾਡਾ, ਸਰਵਰ ਤੋਂ ਵਾਈਫਾਈ ਕੈਂਪਸ ਕਰਨਾ ਹੈ। ਵਾਈਫਾਈ ਕੈਂਪਸ ਕਰਨ ਲਈ ਆਪਾਂ ਕੀ ਕਰਾਂਗੇ, ਇੱਥੋਂ ਦੀ ਪਹਿਲਾਂ ਇੱਕ ਰਾਊਟਰ ਲਾਵਾਂਗੇ ਜਿਹੜਾ ਇੱਥੋਂ ਦੀ ਸਿਗਨਲ ਭੇਜੇਗਾ। ਇਹ ਸਿਗਨਲ ਜਿਹੜਾ ਹੈ ਇਹ ਪੂਰਾ ਦਾ ਪੂਰਾ ਉਹ ਨਹੀਂ ਹੋਏਗਾ ਕਿ ਇਹ ਪੂਰਾ ਵਾਈਫਾਈ ਕੈਂਪਸ ਨੂੰ ਕੰਪਲੀਟ ਕਰ ਸਕੇ। ਫਿਰ ਇੱਥੋਂ ਦੀ ਸਿਗਨਲ ਲਈ ਇੱਕ ਇੱਥੇ ਰਿਪੀਟਰ ਲਾਵਾਂਗੇ, ਫਿਰ ਉਹ ਜਿੱਥੇ ਤੱਕ ਸਿਗਨਲ ਦੇਗਾ ਉੱਥੇ ਰਿਪੀਟਰ ਲਾਵਾਂਗੇ। ਆਪਾਂ ਰਿਪੀਟਰ ਦੀ ਹੈਲਪ ਨਾਲ ਹਰ ਜਗ੍ਹਾ ਪਹੁੰਚੀ ਜਾਵਾਂਗੇ, ਠੀਕ ਹੈ। ਜਦ ਕਿ ਪਿੱਛੋਂ ਤਾਰ ਇੱਕੋ ਹੀ ਆ ਰਹੀ ਹੈ, ਸਾਡੇ ਕੋਲ ਸਿਗਨਲ ਇੱਕੋ ਹੀ ਆ ਰਿਹਾ, ਉਹਨੂੰ ਹੀ ਆਪਾਂ ਰੀਰੇਡੀਏਟ ਕਰ ਕਰਕੇ ਪੂਰੇ ਕੈਂਪਸ ਨੂੰ ਕਵਰ ਅਪ ਕਰ ਲਾਂਗੇ। ਇਹੀ ਸਾਡੇ ਮਾਈਂਡ 'ਚ ਹੋਊਗਾ ਜੇ ਆਪਾਂ ਐਜ਼ ਐਨ ਇੰਜੀਨੀਅਰ ਕੰਮ ਕਰਾਂਗੇ ਜਾਂ ਸਾਡਾ ਇੱਥੇ ਕੰਮ ਪਏਗਾ ਇੱਦਾਂ ਦਾ ਕੁਛ, ਠੀਕ ਹੈ। ਕਲੀਅਰ ਹੈ? ਹਾਂਜੀ ਸਰ। ਤੇ ਜਿਹੜੇ ਰਿਪੀਟਰਸ ਨਾਲ ਐਂਟੀਨਾ ਯੂਜ਼ ਹੁੰਦੇ ਆ, ਦੈਟ ਇਜ਼ ਕਾਲਡ ਦਾ ਡਿਸਟ੍ਰੀਬਿਊਟਿਡ ਐਂਟੀਨਾ ਸਿਸਟਮ, DAS ਕਹਿੰਦੇ ਆ ਆਪਾਂ ਉਹਨੂੰ। ਵਿਦਿਨ ਦਾ ਬਿਲਡਿੰਗਸ ਆਪਾਂ ਲਗਾਉਣ ਲਈ, ਟਨਲ ਵਿੱਚ ਲਗਾਉਣ ਲਈ ਆਪਾਂ ਯੂਜ਼ ਕਰਦੇ ਆ ਦਾ ਡਾਇਰੈਕਟ, ਇਹਨੂੰ ਆਪਾਂ ਡਾਇਰੈਕਸ਼ਨਲ ਐਂਟੀਨਾ ਵੀ ਕਹਿੰਦੇ। ਹੁਣ ਡਾਇਰੈਕਸ਼ਨਲ ਐਂਟੀਨਾ ਕਿਉਂ ਨਾਮ ਦਿੱਤਾ ਗਿਆ, ਬਿਕੋਜ਼ ਆਪਾਂ ਉਧਰਲੀ ਸਾਈਡ ਤੇ ਡਾਇਰੈਕਸ਼ਨ ਦੇਣੀ ਹੈ ਦੀ ਜਿੱਧਰ ਯੂਜ਼ਰ ਬੈਠਾ। ਜੇ ਆਪਾਂ ਪਤਾ ਕਿ ਸਾਨੂੰ ਕਿਸੇ ਪਾਸੇ ਵੀ ਯੂਜ਼ਰ ਆ ਸਕਦਾ, ਫਿਰ ਆਪਾਂ ਓਮਨੀ ਡਾਇਰੈਕਸ਼ਨਲ ਲਾਉਂਦੇ ਆ। ਪਰ ਜੇ ਸਾਨੂੰ ਪਤਾ ਪਾਰਟਿਕੂਲਰ ਰੂਰਲ ਏਰੀਆ 'ਚ ਇੱਧਰ 8-10 ਘਰ ਹੈਗੇ ਜਿੱਥੇ ਸਿਗਨਲ ਨਹੀਂ ਪਹੁੰਚ ਰਿਹਾ, ਤਾਂ ਫਿਰ ਆਪਾਂ ਉੱਥੇ ਰਿਪੀਟਰ ਲਾਵਾਂਗੇ ਸਿਰਫ ਉਧਰਲੀ ਡਾਇਰੈਕਸ਼ਨ, ਹਰ ਡਾਇਰੈਕਸ਼ਨ ਨੂੰ ਦੇਣ ਦਾ ਕੋਈ ਫਾਇਦਾ ਨਹੀਂ ਹੋਊਗਾ, ਠੀਕ ਹੈ। So that is called directional antenna or distributed antenna system, which are connected to input or output of repeaters for localized sport coverage, particular in tunnels or buildings. So that was repeater. ਇਹਦੇ related कोई question है आप पूछ लो। एक लाइन आ देती हुई है the repeated, ਉਹੀ ਜਿਹੜੀ ਸੇਮ ਫ੍ਰੀਕੁਐਂਸੀ ਉਹਨੂੰ ਹੀ ਰਿਪੀਟ ਕਰ।
ਹਾਂਜੀ ਹਾਂਜੀ ਉਹ ਰਿਪੀਟਰਸ ਨੇ ਜਿਹੜੀ ਸੇਮ yes yes ਆ ਲਾਈਨ ਦਿੱਤੀ ਹੋਈ ਦੇਖੋ the repeater does not add capacity to the system ਇਹਨੇ ਕੋਈ capacity ਨਹੀਂ ਵਧਾਣੀ ਸਿਸਟਮ ਦੀ ਇਹਨੇ ਕਵਰੇਜ ਵਧਾਣੀ ਸਿਰਫ ਯੂਜ਼ਰ capacity ਨਹੀਂ ਵਧਾ ਸਕਦਾ ਬਿਕੋਜ਼ ਫ੍ਰੀਕੁਐਂਸੀ ਜੋ ਪਿੱਛੋਂ ਆ ਰਹੀ ਸਿਰਫ ਉਹਨੂੰ ਹੀ ਅੱਗੇ ਭੇਜ ਸਕਦਾ ਅਗਰ 1000 ਚੈਨਲ ਆ ਰਹੇ ਪਿੱਛੋਂ 1000 ਚੈਨਲ ਨੂੰ ਹੀ ਐਂਪਲੀਫਾਈ ਕਰ ਸਕਦਾ ਹੈ 1001 ਨੂੰ ਨਹੀਂ ਕਰ ਸਕਦਾ 1002 ਨਹੀਂ ਬਣਾ ਸਕਦਾ right so it will not add the capacity to the system it will only serve the re-radiate the base station signal into specific location ठीक है it will increase the coverage into and around the buildings where coverage has been traditionally weak ਜਿੱਥੇ ਆ ਕੇ ਸਿਗਨਲ ਵੀਕ ਹੋ ਜਾਏਗਾ ਉੱਥੇ ਇਹਨੂੰ ਯੂਜ਼ ਕੀਤਾ ਜਾਏਗਾ to provide the coverage that's the only time we will use the repeater otherwise ਇਹ use ਨਹੀਂ ਕਰਦੇ ਆਪਾਂ ठीक है ओके सर चलो ਇਹ ਵਾਲਾ ਟੌਪਿਕ ਵੀ ਸਾਡਾ ਖਤਮ ਹੋ ਗਿਆ ਇੰਪਰੂਵਿੰਗ ਕਵਰੇਜ ਤੇ ਇੰਪਰੂਵਿੰਗ ਕਪੈਸਿਟੀ ਅਗਰ ਤੁਹਾਨੂੰ ਕੁਐਸਚਨ ਆ ਜਾਵੇ 10 ਨੰਬਰ ਦਾ ਤੇ ਆਪਾਂ ਦੋਨੋਂ ਚੀਜ਼ਾਂ ਲੈ ਕੇ ਆਣੀਆਂ ਕਪੈਸਿਟੀ ਲਈ ਸਪਲਿਟਿੰਗ ਤੇ ਸੈਕਟਰਿੰਗ ਕਵਰੇਜ ਲਈ ਰਿਪੀਟਰਸ ਪੂਰਾ ਦਾ ਪੂਰਾ ਮੈਂਸ਼ਨ ਕਰਕੇ ਆਵਾਂਗੇ ਤਿੰਨੋਂ ਚੀਜ਼ਾਂ ਤੇ ਜੇ ਕੁਐਸਚਨ ਆ ਗਿਆ ਸੈਲ ਸਪਲਿਟਿੰਗ ਤਾਂ ਸੈਲ ਸਪਲਿਟਿੰਗ ਚ ਆਪਾਂ ਦੱਸ ਦਾਂਗੇ ਕਿ ਜਿਹੜੀ ਸਪਲਿਟਿੰਗ ਹੈ ਉਹ ਕੀ ਕਰਦੀ ਹੈ ਆਪਾਂ ਵੱਡੇ ਸੈੱਲ ਨੂੰ ਛੋਟੇ ਛੋਟੇ ਸੈੱਲ ਦੇ ਵਿੱਚ ਸਬ ਡਿਵਾਈਡ ਕਰ ਦਿੰਦੇ ਆ ਤਾਂ ਕਿ ਆਪਾਂ ਕਪੈਸਿਟੀ ਵਧਾ ਸਕੀਏ ਯੂਜ਼ਰ ਕਪੈਸਿਟੀ ਠੀਕ ਹੈ ਤੇ ਉਹ ਜਿਹੜਾ ਛੋਟਾ ਸੈੱਲ ਹੋਏਗਾ ਉਹਨੂੰ ਮਾਈਕਰੋ ਸੈੱਲ ਕਹਿੰਦੇ ਆ ਤੇ ਉਹਦੀ ਜਿਹੜੀ ਫ੍ਰੀਕੁਐਂਸੀ ਬੈਂਡ ਹੋਏਗਾ ਜਾਂ ਚੈਨਲ ਹੋਏਗਾ that is different from the main cell ਠੀਕ ਹੈ ਜੋ ਵੱਡਾ ਸੈੱਲ ਆ ਉਹਦੇ ਤੋਂ ਡਿਫਰੈਂਟ ਹੋਏਗਾ ਤੇ ਉਹ ਫ੍ਰੀਕੁਐਂਸੀ ਰੀਯੂਜ਼ ਵੱਧ ਜਾਏਗੀ ਫ੍ਰੀਕੁਐਂਸੀ ਰੀਯੂਜ਼ ਦੇ ਨਾਲ ਕਪੈਸਿਟੀ ਵੱਧ ਜਾਏਗੀ ਸੈਕਟਰਿੰਗ ਆਏਗਾ ਤੇ ਸੈਕਟਰਿੰਗ ਚ ਆਪਾਂ ਦੱਸ ਦੇਣਾ ਕਿ ਆਪਾਂ ਓਮਨੀ ਡਾਇਰੈਕਸ਼ਨਲ ਐਂਟੀਨਾ ਨੂੰ ਕਨਵਰਟ ਕਰਦੇ ਹਾਂ ਇਨ ਦਾ ਡਾਇਰੈਕਸ਼ਨਲ ਐਂਟੀਨਾ ਤੇ ਦੋ ਤਰ੍ਹਾਂ ਦੀ ਸੈਕਟਰਿੰਗ ਹੁੰਦੀ 120 ਡਿਗਰੀ ਐਂਡ 60 ਉਹਦੇ ਨਾਲ ਕੀ ਹੈ ਇੱਕ ਤਾਂ ਇੰਟਰਫੇਰੈਂਸ ਘਟ ਜਾਂਦੀ ਹੈ ਦੂਜੀ ਸਾਡੇ ਕੋਲ ਕਪੈਸਿਟੀ ਵੱਧ ਜਾਂਦੀ ਹੈ ਯੂਜ਼ਰ ਕਪੈਸਿਟੀ ਠੀਕ ਹੈ ਉਹ ਵੀ ਪੜ ਚੁੱਕੇ ਆਪਾਂ ਤੀਜਾ ਹੈਗਾ ਰਿਪੀਟਰਸ ਕੱਲਾ ਰਿਪੀਟਰ ਆਏਗਾ ਤੇ ਰਿਪੀਟਰ ਬਾਰੇ ਆਪਾਂ ਦੱਸਣਾ ਕਿ ਇਹ ਕਵਰੇਜ ਵਧਾਉਣ ਲਈ ਹੈ ਨਾਟ ਦਾ ਕਪੈਸਿਟੀ ਇਹਦੇ ਨਾਲ ਕੀ ਹੈ ਜਿੱਥੇ ਜਿੱਥੇ ਬਲੈਕ ਹੋਲ ਹੁੰਦਾ ਜਿੱਥੇ ਜਿੱਥੇ ਸਿਗਨਲ ਨਹੀਂ ਪਹੁੰਚਦਾ ਉੱਥੇ ਉੱਥੇ ਇਹਨੂੰ ਆਪਾਂ ਕਵਰੇਜ ਪ੍ਰੋਵਾਈਡ ਕਰਨ ਲਈ ਇੱਕ ਡਾਇਰੈਕਸ਼ਨਲ ਐਂਟੀਨਾ ਲਗਾ ਦਿੰਦੇ ਆ ਇਟ ਕੈਨ ਬੀ ਯੂਜ਼ਡ ਇਨ ਵੈਲੀਜ਼ ਇਟ ਕੈਨ ਬੀ ਯੂਜ਼ਡ ਇਨ ਟਨਲਸ ਇਟ ਕੈਨ ਬੀ ਯੂਜ਼ਡ ਇਨ ਵਿਦਿਨ ਬਿਲਡਿੰਗਸ ਠੀਕ ਹੈ ਜਿੱਥੇ ਜਿੱਥੇ ਵੀ ਸਾਨੂੰ ਪਤਾ ਹੈ ਕਿ ਯੂਜ਼ਰਸ ਨੂੰ ਆਪਾਂ ਕਵਰ ਅਪ ਕਰਨਾ ਤੇ ਨਵਾਂ ਸੈੱਲ ਲਗਾਉਣ ਦੀ ਲੋੜ ਨਹੀਂ ਹੈ ਸਾਨੂੰ ਠੀਕ ਹੈ ਅਗਲਾ ਟੌਪਿਕ ਅੱਜ ਦਾ ਹੈ ਸਾਡਾ ਟੌਪਿਕ ਨੋਟ ਕਰ ਲਓ ਡੁਪਲੈਕਸਿੰਗ ਸਕਰੀਨ ਦਿਖ ਰਹੀ ਹੈ हाँ जी सर हाँ जी सर ਕੀ ਲਿਖਿਆ ਹੈ डुप्लेक्सिंग presented by engineer Mr. Deva. ਉਹ ਬਸ Presented ਕੀ ਜਾਣਾ ਮੇਨ ਟੌਪਿਕ ਪੜੋ ਡੁਪਲੈਕਸਿੰਗ ਕੀ ਹੁੰਦਾ ਐਨੀਬਾਡੀ ਨਾ ਪਤਾ ਹੈ ਫੁੱਲ ਡੁਪਲੈਕਸ ਹੁੰਦਾ ਹੈ yes it is related with that full duplex and half duplex duplex ਕੀ ਹੁੰਦਾ ਗੱਲ ਕਰਨਾ ਦੋਵੇਂ ਪਾਸੇ ਟ੍ਰਾਂਸਮਿਟਰ ਜਿੱਦਾਂ ਟ੍ਰਾਂਸਮਿਟਰ ਤੇ ਰਿਸੀਵਰ ਹੁੰਦਾ ਹੈ ਹਾਂ ਜਿਹੜਾ ਫੁੱਲ ਡੁਪਲੈਕਸ ਹੁੰਦਾ ਹੈ ਤਾਂ ਆਪਾਂ ਇੱਕੋ ਟਾਈਮ ਤੇ ਟ੍ਰਾਂਸਮਿਟ ਤੇ ਰਿਸੀਵ ਕਰ ਸਕਦੇ ਆ ਜਿਹੜਾ ਹਾਫ ਹੁੰਦਾ ਹੈ ਉਹ ਚ ਇੱਕ ਟਾਈਮ ਤੇ ਜਾਂ ਟ੍ਰਾਂਸਮਿਟ ਕਰ ਸਕਦੇ ਆ ਤੇ ਜਾਂ ਰਿਸੀਵ ਕਰ ਸਕਦੇ ਵੈਰੀ ਗੁੱਡ ਹਾਂਜੀ ਉਸ ਪ੍ਰੋਸੈਸ ਨੂੰ ਆਪਾਂ ਡੁਪਲੈਕਸਿੰਗ ਕਹਿੰਦੇ ਆ ਕਿ ਜਿਹਦੇ ਵਿੱਚ ਆਪਾਂ ਸਾਈਮਲਟੇਨੀਅਸਲੀ ਗੱਲ ਕਰ ਸਕੀਏ ਫਰੋਮ ਦਾ ਬੇਸ ਸਟੇਸ਼ਨ ਐਂਡ ਮੋਬਾਈਲ ਸਟੇਸ਼ਨ ਇਹਨਾਂ ਦੋਨਾਂ ਦੇ ਵਿੱਚ ਜਿਹੜੀ ਸਾਈਮਲਟੇਨੀਅਸਲੀ ਕਾਲਿੰਗ ਹੋ ਰਹੀ ਹੈ ਆਪਾਂ ਐਟ ਅ ਟਾਈਮ ਸੁਣ ਵੀ ਸਕਦੇ ਹਾਂ ਆਪਾਂ ਐਟ ਅ ਟਾਈਮ ਬੋਲ ਵੀ ਸਕਦੇ ਹਾਂ ਐਂਡ ਦੈਟ ਪ੍ਰੋਸੈਸ ਇਜ਼ ਕਾਲਡ ਦਾ ਡੁਪਲੈਕਸਿੰਗ ਬਟ ਡੁਪਲੈਕਸਿੰਗ ਹਮੇਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ ਉਹਦੇ ਟਾਈਪਸ ਬਾਰੇ ਪੜਾਂਗੇ ਪਹਿਲਾਂ ਡੁਪਲੈਕਸਿੰਗ ਹੁੰਦਾ ਕੀ ਹੈ ਇੱਕ ਮਿੰਟ ਹੋਲਡ ਕਰਨਾ ਜ਼ਰਾ So duplexing ਕੀ ਹੁੰਦਾ in wireless communication system it is generally required to allow subscriber to send information to the base station and at the same time to receive information from the base station ਹੁਣ ਦੇਖੋ ਆਪਾਂ ਜਿਹੜਾ ਮੈਂ ਤੁਹਾਨੂੰ ਪੰਜਾਬੀ ਚ ਬੋਲ ਰਿਹਾ that is very simple language ਕਿ ਦੋਨੋਂ ਪਾਸੇ ਰਿਸੀਵਰ ਐਂਡ ਤੇ ਟ੍ਰਾਂਸਮਿਟਰ ਐਂਡ ਦੇ ਵਿੱਚ ਆਪਸ ਵਿੱਚ simultaneously ਗੱਲ ਕਰਾਣੀ ਹੋਵੇ ਤਾਂ that is process is called duplexing
ਬਟ ਆਪਾਂ ਉਹਨੂੰ ਅਗਰ ਵਾਇਰਲੈਸ ਦੀ ਟਰਮੀਨੋਲੋਜੀ 'ਚ ਲਿਖਣਾ ਤਾਂ ਫਿਰ ਸਾਨੂੰ ਇਹ ਲਾਈਨਾਂ ਯਾਦ ਰੱਖਣੀਆਂ ਪੈਣੀਆਂ ਕਿ ਸਬਸਕ੍ਰਾਈਬਰ ਨੂੰ ਅਲਾਉ ਕਰਨਾ ਟੂ ਸੈਂਡ ਦਾ ਇਨਫੋਰਮੇਸ਼ਨ ਟੂ ਬੇਸ ਸਟੇਸ਼ਨ। ਸਬਸਕ੍ਰਾਈਬਰ ਕੌਣ ਹੈ? ਦੈਟ ਇਜ਼ ਮੋਬਾਈਲ ਸਟੇਸ਼ਨ। ਮੋਬਾਈਲ ਸਟੇਸ਼ਨ ਤੋਂ ਸਿਗਨਲ ਭੇਜਣਾ ਬੇਸ ਸਟੇਸ਼ਨ ਵੱਲ ਤੇ ਬੇਸ ਸਟੇਸ਼ਨ ਤੋਂ ਐਟ ਏ ਟਾਈਮ ਰਿਸੀਵ ਵੀ ਕਰਨਾ, ਦੈਟ ਪ੍ਰੋਸੈਸ ਇਜ਼ ਕਾਲਡ ਦਾ ਡੁਪਲੈਕਸਿੰਗ। ਕਲੀਅਰ? ਚਾਹੇ ਸੈਲੂਲਰ ਸਿਸਟਮ ਹੈ ਚਾਹੇ ਕਨਵੈਨਸ਼ਨਲ ਟੈਲੀਫੋਨ ਸਿਸਟਮ ਹੈ, ਦੋਨਾਂ ਦੇ ਵਿੱਚ ਆਪਾਂ ਟਾਕ ਐਂਡ ਲਿਸਨ ਸਾਈਮਲਟੇਨੀਅਸਲੀ ਕਰ ਸਕਦੇ ਹਾਂ। ਮਤਲਬ ਦੋਨੋਂ ਜਿਹੜੇ ਸਿਸਟਮ ਹੈ ਉਹ ਡੁਪਲੈਕਸਿੰਗ ਨੂੰ ਸਪੋਰਟ ਕਰਦੇ ਆ। ਦੈਟ ਪ੍ਰੋਸੈਸ ਇਜ਼ ਕਾਲਡ ਡੁਪਲੈਕਸਿੰਗ। ਦੋ ਤਰ੍ਹਾਂ ਦੀ ਹੁੰਦੀ ਹੈ। ਵਨ ਇਜ਼ ਫ੍ਰੀਕੁਐਂਸੀ ਡਿਵੀਜ਼ਨ ਡੁਪਲੈਕਸਿੰਗ ਜਿਹਨੂੰ ਆਪਾਂ FDD ਕਹਿੰਦੇ ਆ। The other one is time division duplexing ਜਿਹਨੂੰ ਆਪਾਂ TDD ਕਹਿੰਦੇ ਆ। ਕਲੀਅਰ ਇੱਥੇ ਤੱਕ? ਹਾਂਜੀ ਹਾਂਜੀ ਸਰ। ਟਾਈਪਸ ਬੋਲਣਾ। frequency division duplexing frequency division duplexing, time division duplexing। ਸ਼ਾਰਟ ਫਾਰਮ ਵੀ ਯਾਦ ਰੱਖਣੀ ਹੈ। FDD ਆ ਜਾਏ, FDD ਦੀ ਫੁੱਲ ਫਾਰਮ ਤੇ ਪਤਾ ਹੋਣਾ ਚਾਹੀਦਾ, frequency division duplexing। TDD ਆ ਜਾਏ, TDD time division duplexing। ਠੀਕ ਹੈ, ਸਭ ਤੋਂ ਪਹਿਲਾਂ FDD ਬਾਰੇ ਪੜ੍ਹਦੇ ਹਾਂ। FDD ਕੀ ਹੁੰਦਾ? ਦੇਖੋ ਨਾਮ ਤੋਂ ਪਹਿਲਾਂ ਨਾਮ ਨੂੰ ਪੜੋ। ਨਾਮ 'ਚ ਲਿਖਿਆ ਫ੍ਰੀਕੁਐਂਸੀ ਡਿਵੀਜ਼ਨ। ਦੋ ਸਾਡੇ ਕੋਲ ਐਂਡ ਹੈ, ਇੱਕ ਹੈਗਾ ਬੇਸ ਸਟੇਸ਼ਨ, ਇੱਕ ਹੈਗਾ ਮੋਬਾਈਲ ਸਟੇਸ਼ਨ। ਠੀਕ ਹੈ, ਦੋਨਾਂ ਦੇ ਵਿੱਚ ਸਾਈਮਲਟੇਨੀਅਸਲੀ ਗੱਲ ਕਰ ਰਹੇ ਆ, ਮਤਲਬ ਦੋ ਚੈਨਲ ਯੂਜ਼ ਕਰ ਰਹੇ ਆ ਆਪਾਂ, ਹਨਾ? ਜਦੋਂ ਸਾਈਮਲਟੇਨੀਅਸਲੀ ਗੱਲ ਕਰਾਂਗੇ ਤਾਂ ਦੋ ਅਲੱਗ-ਅਲੱਗ ਪਾਥ ਹੋਣਗੇ ਤਾਂ ਹੀ ਸਾਈਮਲਟੇਨੀਅਸਲੀ ਗੱਲ ਕਰ ਪਾਵਾਂਗੇ ਨਾ। ਔਰ ਦੋ ਜਿਹੜੇ ਪਾਥ ਹੈ, ਦੋ ਜਿਹੜੇ ਸਾਡੇ ਚੈਨਲ ਹੈ, ਇੱਕ ਨੂੰ ਆਪਾਂ ਕਹਿੰਦੇ ਫਾਰਵਰਡ ਚੈਨਲ ਜਿਹੜਾ ਬੇਸ ਸਟੇਸ਼ਨ ਟੂ ਮੋਬਾਈਲ ਸਟੇਸ਼ਨ ਵੱਲ ਜਾਂਦਾ, ਇੱਕ ਹੁੰਦਾ ਸਾਡਾ ਮੋਬਾਈਲ ਤੋਂ ਸਟੇਸ਼ਨ ਤੋਂ ਬੇਸ ਸਟੇਸ਼ਨ ਜਿਹਨੂੰ ਆਪਾਂ ਰਿਵਰਸ ਚੈਨਲ ਕਹਿੰਦੇ ਆ। ਹੁਣ ਇਹਨਾਂ ਦੋਨਾਂ ਚੈਨਲ ਦੇ ਵਿੱਚ ਜਿਹੜੀ ਸਪੇਸਿੰਗ ਹੁੰਦੀ ਹੈ, ਇਹਨਾਂ ਦੋਨਾਂ ਚੈਨਲ ਦੇ ਵਿੱਚ ਜਿਹੜੀ ਫ੍ਰੀਕੁਐਂਸੀ ਸੈਪਰੇਸ਼ਨ ਹੁੰਦੀ ਹੈ, ਉਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਆ ਫ੍ਰੀਕੁਐਂਸੀ ਡਿਵੀਜ਼ਨ ਡੁਪਲੈਕਸਿੰਗ। ਮਤਲਬ ਦੋ ਡੁਪਲੈਕਸਿੰਗ ਹੋ ਰਹੀ ਹੈ। ਡੁਪਲੈਕਸਿੰਗ ਇਜ਼ ਦਾ ਪ੍ਰੋਸੈਸ ਜਿਹਦੇ ਵਿੱਚ ਆਪਾਂ ਸਾਈਮਲਟੇਨੀਅਸਲੀ ਗੱਲ ਕਰ ਰਹੇ, ਪਰ ਉਹ ਦੋ ਡੁਪਲੈਕਸਿੰਗ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਦੋ ਅਲੱਗ-ਅਲੱਗ ਹੈ? ਦੈਟ ਇਜ਼ ਫ੍ਰੀਕੁਐਂਸੀ। ਠੀਕ ਹੈ, ਐਂਡ ਦੈਟ ਟਾਈਪ ਇਜ਼ ਕਾਲਡ ਜਿਹਦੇ ਵਿੱਚ ਦੋ ਚੈਨਲ ਅਲੱਗ ਇਕੱਠੇ ਕੰਮ ਕਰ ਰਹੇ ਇੱਕੋ ਟਾਈਮ ਤੇ, ਪਰ ਦੋਨਾਂ ਦੇ ਵਿੱਚ ਸਪੇਸਿੰਗ ਜਿਹੜੀ ਹੈ ਦੈਟ ਇਜ਼ ਫਰੋਮ ਦਾ ਫ੍ਰੀਕੁਐਂਸੀ ਸਪੇਸਿੰਗ ਜਾਂ ਚੈਨਲ ਸਪੇਸਿੰਗ ਹੈ, ਦੈਟ ਇਜ਼ ਕਾਲਡ ਦਾ ਫ੍ਰੀਕੁਐਂਸੀ ਡਿਵੀਜ਼ਨ ਡੁਪਲੈਕਸਿੰਗ। ਕਲੀਅਰ ਹੈ? ਹਾਂਜੀ ਸਰ ਜੀ ਇਹ ਦੱਸਿਓ ਮੈਨੂੰ ਪਤਾ ਨਹੀਂ ਕਿੱਦਾਂ ਦੱਸਾਂ? ਜਿਹੜੇ ਦੱਸਣੀ ਫ੍ਰੀਕੁਐਂਸੀ ਡਿਵੀਜ਼ਨ, ਹਾਂ ਇਹਦਾ ਦੱਸਿਓ ਮਾੜਾ ਜਿਹਾ ਫਿਰ। ਅੱਛਾ ਦੇਖ, ਮੈਂ ਤੇਰੇ ਨਾਲ ਗੱਲ ਕਰਦਾ ਪਿਆ, ਠੀਕ ਹੈ? ਹੁਣ ਮੇਰਾ ਤੇ ਤੇਰਾ ਗੱਲ ਕਰਨ ਦਾ ਤਰੀਕਾ ਏਦਾਂ ਦਾ ਹੈ ਕਿ ਸਾਡੇ ਕੋਲ ਦੋ ਪਾਈਪਸ ਹੈ, ਠੀਕ ਹੈ? ਦੋ ਪਾਈਪਾਂ ਹੋਲੋ ਪਾਈਪਸ ਹੈ, ਔਰ ਦੋਨੋਂ ਅਲੱਗ-ਅਲੱਗ ਪਾਈਪਾਂ ਨੂੰ ਮੈਂ ਸੈਪਰੇਟ ਕੀਤਾ ਹੋਇਆ। ਇੱਕ ਪਾਈਪ ਜਿਹੜੀ ਆ ਉਹ ਸਿਗਨਲ ਤੂੰ ਮੈਨੂੰ ਪਹੁੰਚਾ ਰਿਹਾ, ਇੱਕ ਪਾਈਪ ਤੇ ਸਿਗਨਲ ਮੈਂ ਤੈਨੂੰ ਪਹੁੰਚਾ ਰਿਹਾ। ਠੀਕ ਹੈ, ਦੋਨਾਂ ਦੇ ਵਿੱਚ ਜਿਹੜਾ ਫਰਕ ਹੋਏਗਾ ਉਹ ਕੀ ਹੋਏਗਾ? ਫ੍ਰੀਕੁਐਂਸੀ ਦਾ ਫਰਕ ਹੋਏਗਾ। ਕਿ ਮਤਲਬ ਜਿਹੜਾ ਸਿਗਨਲ ਤੂੰ ਮੈਨੂੰ ਪਹੁੰਚਾ ਰਿਹਾ, ਬੇਸ ਸਟੇਸ਼ਨ ਤੇ ਤੂੰ ਬੈਠਾ, ਮੈਂ ਮੋਬਾਈਲ ਸਟੇਸ਼ਨ ਕੋਲ ਆ, ਜਿਹੜਾ ਸਿਗਨਲ ਤੂੰ ਮੈਨੂੰ ਪਹੁੰਚਾ ਰਿਹਾ ਉਹ ਅਲੱਗ ਫ੍ਰੀਕੁਐਂਸੀ ਤੇ ਆਏਗਾ, ਮੈਨੂੰ ਜਿਹੜਾ ਮੈਂ ਸਿਗਨਲ ਤੈਨੂੰ ਪਹੁੰਚਾ ਰਿਹਾ ਉਹ ਅਲੱਗ ਫ੍ਰੀਕੁਐਂਸੀ ਤੇ ਹੋਏਗਾ, ਤਾਂ ਕਿ ਇੱਕ ਦੂਜੇ ਨਾਲ ਇੰਟਰਫੇਅਰ ਨਾ ਕਰ ਸਕੇ। ਠੀਕ ਹੈ, ਜੇ ਉਹ ਇੱਕੋ ਹੀ ਫ੍ਰੀਕੁਐਂਸੀ ਤੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇੰਟਰਫੇਰੈਂਸ ਆਊਗੀ। ਤੂੰ ਉਧਰੋਂ ਬੋਲੇਗਾ, ਮੈਂ ਇਧਰੋਂ ਬੋਲਾਂਗਾ, ਕੋਈ ਸਿਗਨਲ ਇੱਕ ਦੂਜੇ ਵੱਲ ਨਹੀਂ ਪਹੁੰਚੇਗਾ। ਠੀਕ ਹੈ, ਸੋ ਬੇਸਿਕਲੀ FDD ਦਾ ਕੰਮ ਕੀ ਹੈ? ਦੋ ਫ੍ਰੀਕੁਐਂਸੀ ਨੂੰ ਯੂਜ਼ ਕਰਨਾ ਫॉर ਦਾ ਸੇਮ ਟਾਈਮ ਕਾਲਿੰਗ। ਸੇਮ ਟਾਈਮ ਤੇ ਆਪਾਂ ਸੁਣਨਾ ਵੀ ਹੈ, ਸੇਮ ਟਾਈਮ ਤੇ ਬੋਲਣਾ ਵੀ ਹੈ। ਉਸ ਪ੍ਰੋਸੈਸ ਨੂੰ ਪੋਸੀਬਲ ਬਣਾਉਣ ਲਈ ਦੋ ਫ੍ਰੀਕੁਐਂਸੀਜ਼ ਯੂਜ਼ ਕਰ ਰਹੇ ਹਾਂ। ਤੇ ਇਨ FDD ਈਚ ਡੁਪਲੈਕਸਰ, ਇਹਦੇ ਵਿੱਚ ਇੱਕ ਡੁਪਲੈਕਸਰ ਯੂਜ਼ ਹੁੰਦਾ। ਡੁਪਲੈਕਸਰ ਦਾ ਕੰਮ ਹੁੰਦਾ ਸਾਈਮਲਟੇਨੀਅਸਲੀ ਰਿਸੀਵ ਕਰਨਾ ਤੇ ਸੈਂਡ ਕਰਨਾ। ਇਟ ਕੰਸਿਸਟ ਆਫ ਟੂ ਸਿੰਪਲੈਕਸ ਚੈਨਲ। ਇਹ ਦੋ ਸਿੰਪਲੈਕਸ ਚੈਨਲ ਨੂੰ ਯੂਜ਼ ਕਰੇਗਾ। ਜਿਹੜਾ ਇੱਕ ਚੈਨਲ ਹੋਏਗਾ ਉਹਨੂੰ ਆਪਾਂ ਕਹਿੰਦੇ ਆ ਫਾਰਵਰਡ ਚੈਨਲ, ਦੂਜਾ ਚੈਨਲ ਹੋਏਗਾ ਸਿੰਪਲੈਕਸ, ਉਹਨੂੰ ਆਪਾਂ ਕਹਿੰਦੇ ਰਿਵਰਸ ਚੈਨਲ। ਇਹਨਾਂ ਦੀ ਪਾਰਟਿਕੂਲਰ ਕੰਮ ਹੋਏਗਾ, ਫਾਰਵਰਡ ਚੈਨਲ ਦਾ ਹਮੇਸ਼ਾ ਕੰਮ ਹੋਏਗਾ ਬੇਸ ਸਟੇਸ਼ਨ ਟੂ ਮੋਬਾਈਲ ਸਟੇਸ਼ਨ ਲੈ ਕੇ ਜਾਣਾ। ਦੈਟ ਮੀਨਸ ਫਾਰਵਰਡ ਚੈਨਲ ਲਈ ਬੇਸ ਸਟੇਸ਼ਨ ਟਰਾਂਸਮਿਟਰ ਹੈ ਤੇ ਮੋਬਾਈਲ ਸਟੇਸ਼ਨ ਰਿਸੀਵਰ ਹੈ। ਜਿਹੜਾ ਰਿਵਰਸ ਚੈਨਲ ਹੈ ਉਹਦੇ ਲਈ ਮੋਬਾਈਲ ਸਟੇਸ਼ਨ ਟਰਾਂਸਮਿਟਰ ਹੈ ਤੇ ਬੇਸ ਸਟੇਸ਼ਨ ਰਿਸੀਵਰ ਹੈ। ਇਹ ਦੋਨੋਂ ਸਿੰਪਲੈਕਸ ਚੈਨਲ ਹੈ, ਦੋਨੋਂ ਇਕੱਠੇ ਕੰਮ ਕਰ ਰਹੇ ਆ। ਠੀਕ ਹੈ, ਐਂਡ ਦੈਟ ਪ੍ਰੋਸੈਸ ਇਜ਼ ਨੋਨ ਐਜ਼ FDD। ਕਲੀਅਰ? ਹਾਂਜੀ ਹਾਂਜੀ ਸਰ। ਯੈਸ ਸਰ। ਦੋ ਬੈਂਡ ਹੋਣਗੇ ਇਹਦੇ ਵਿੱਚ, ਇੱਕ ਫਾਰਵਰਡ ਬੈਂਡ ਜਾਂ ਚੈਨਲ ਵੀ ਕਹਿ ਸਕਦੇ ਆ। ਫਾਰਵਰਡ ਚੈਨਲ ਨੂੰ ਆਪਾਂ ਡਾਊਨਲਿੰਕ ਫ੍ਰੀਕੁਐਂਸੀ ਵੀ ਕਹਿੰਦੇ ਆ, ਜਿਹੜਾ ਕਿ ਬੇਸ ਸਟੇਸ਼ਨ ਟੂ ਮੋਬਾਈਲ ਸਟੇਸ਼ਨ ਤੱਕ ਡੀਲ ਕਰਦਾ ਹੈ।
ਦੂਜਾ ਹੁੰਦਾ ਰਿਵਰਸ ਬੈਂਡ, ਇਹਨੂੰ ਆਪਾਂ ਰਿਵਰਸ ਚੈਨਲ ਵੀ ਕਹਿੰਦੇ ਆ। ਇਹਨੂੰ ਆਪਾਂ ਅਪਲਿੰਕ ਫ੍ਰੀਕੁਐਂਸੀ ਵੀ ਕਹਿੰਦੇ ਆ, ਜਿਹੜਾ ਮੋਬਾਈਲ ਸਟੇਸ਼ਨ ਟੂ ਬੇਸ ਸਟੇਸ਼ਨ ਡੀਲ ਕਰਦਾ ਐਟ ਐਨੀ ਇਨਸਟੈਂਟ ਆਫ ਟਾਈਮ। ਇਹਦੇ 'ਚ ਕੋਈ ਟਾਈਮ ਦਾ ਰੌਲਾ ਨਹੀਂ ਹੈ, ਜਿਹੜੇ ਮਰਜ਼ੀ ਟਾਈਮ ਤੇ ਸਿਗਨਲ ਸੈਂਡ ਕਰ ਸਕਦੇ ਆ। ਐਟ ਐਨੀ ਇਨਸਟੈਂਟ ਆਫ ਟਾਈਮ ਦਾ ਫ੍ਰੀਕੁਐਂਸੀ ਸਪਲਿਟ ਇਜ਼ ਕਨਸਟੈਂਟ। ਫ੍ਰੀਕੁਐਂਸੀ ਸਪਲਿਟ ਦਾ ਮਤਲਬ ਕੀ ਹੈ ਕਿ ਇੱਕ ਫ੍ਰੀਕੁਐਂਸੀ F1 ਇਹ ਯੂਜ਼ ਹੋ ਰਹੀ ਹੈ ਐਜ਼ ਅ ਫਾਰਵਰਡ ਚੈਨਲ, ਇੱਕ ਫ੍ਰੀਕੁਐਂਸੀ F2 ਜਿਹੜੀ ਯੂਜ਼ ਹੋ ਰਹੀ ਹੈ ਰਿਵਰਸ ਚੈਨਲ ਲਈ। ਠੀਕ ਹੈ, ਦੋਨਾਂ ਦੇ ਵਿੱਚ ਜਿਹੜਾ ਸਪਲਿਟ ਹੈ, ਸਪਲਿਟ ਦਾ ਮਤਲਬ ਦੋਨਾਂ ਦੇ ਵਿੱਚ ਜਿਹੜੀ ਸਪੇਸਿੰਗ ਹੈ that is constant, ਉਹ ਹਮੇਸ਼ਾ constant ਹੋਏਗੀ। ਠੀਕ ਹੈ, F1 ਕੀ ਹੈ, it represent the forward band, F2 ਕੀ ਹੈ, it represent the reverse band, and frequency split or separation between F1 and F2 is constant। FDD ਦੀ ਪ੍ਰੋਪਰਟੀ ਹੈ। ਡਾਇਗਰਾਮ ਦੀ ਮੈਂ ਗੱਲ ਕਰਾਂ ਤਾਂ ਆ ਸਾਡੇ ਕੋਲ ਡਾਇਗਰਾਮ ਹੈ। ਹੁਣ ਇਹਦੇ 'ਚ ਦੇਖੋ ਵਿਦਿਨ ਟਾਈਮ ਜਿਹੜਾ ਸਿਗਨਲ ਸੈਂਡ ਹੋ ਰਿਹਾ ਕਿਸੇ ਵੀ ਟਾਈਮ ਦੇ ਉੱਪਰ, ਟਰਾਂਸਮਿਟ ਸਿਗਨਲ ਅਲੱਗ ਹੈ, ਰਿਸੀਵਰ ਸਿਗਨਲ ਅਲੱਗ ਹੈ, ਦੋਨਾਂ ਦੇ ਵਿੱਚ ਜਿਹੜੀ ਸਪੇਸਿੰਗ ਹੈ that is always constant। ਚਾਹੇ ਇੱਥੇ ਦੇਖ ਲਓ, ਚਾਹੇ ਇੱਥੇ ਦੇਖ ਲਓ, ਚਾਹੇ ਇੱਥੇ ਦੇਖ ਲਓ, ਮਤਲਬ ਇਹ ਦੋਨਾਂ ਦੇ ਵਿੱਚ ਜਿਹੜੀ ਸਪੇਸਿੰਗ ਹੈ, frequency spacing or channel spacing, that is always constant, and this is called FDD। ਠੀਕ ਹੈ, ਹਾਂਜੀ ਸਰ। ਬਣਿਆ ਕਾਦੇ ਨਾਲ FDD? FDD that is made up of two simplex channel, ਦੋ simplex channel ਤੇ ਬਣਿਆ ਹੈ ਜਿਹੜੇ simultaneously ਆਪਾਂ ਸ਼ੇਅਰ ਕਰ ਰਹੇ ਇੱਕ ਦੂਜੀ ਸਾਈਡ ਤੇ। ਅੱਗੇ ਪੜ੍ਹਦੇ ਹਾਂ। It is used in radio communication that provides individual radio frequency for each user। ਦੋਨੋਂ users ਲਈ, ਹਰ user ਲਈ individual radio frequency ਇਹਨੇ generate ਕਰਨੀ ਹੈ। Since each transmitter provides simultaneously transmission and reception, it is must that there is proper coordination between the two channels। ਹੁਣ ਇਹਦੇ 'ਚ ਇੱਕ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿ ਦੋਨੋਂ ਪਾਸੇ ਆਪਾਂ ਡੁਪਲੈਕਸਰ ਯੂਜ਼ ਕਰਨੇ ਆ। ਡੁਪਲੈਕਸਰ ਦਾ ਮਤਲਬ ਹੁੰਦਾ ਹੈ, ਮੰਨ ਲਓ ਇੱਕ ਡਿਵਾਈਸ ਹੈ ਡੁਪਲੈਕਸਰ, ਜਿਹੜਾ ਐਟ ਏ ਟਾਈਮ ਸਿਗਨਲ ਨੂੰ ਰਿਸੀਵ ਵੀ ਕਰ ਰਿਹਾ ਤੇ ਟਰਾਂਸਮਿਟ ਵੀ ਕਰ ਰਿਹਾ। ਠੀਕ ਹੈ, ਇਹਨੂੰ ਆਪਾਂ ਪ੍ਰੋਪਰਲੀ ਲਗਾਉਣਾ ਕਿ ਇਹ ਕੋਆਰਡੀਨੇਸ਼ਨ ਹੋਵੇ ਉਸ ਟਾਈਮ ਤੇ, ਪ੍ਰੋਪਰ ਦੋਨੋਂ ਪਾਸੇ ਸਿੰਕਰੋਨਾਈਜੇਸ਼ਨ ਹੋਏਗੀ ਤਾਂ ਸਿਗਨਲ ਜਿਹੜਾ ਹੈ ਉਹ ਦੋਨੋਂ ਪਾਸੇ ਸੈਂਡ ਹੋ ਸਕਦਾ। ਦੋਨਾਂ ਦੇ ਵਿੱਚ ਜਿਹੜਾ ਚੈਨਲ ਸਪੇਸਿੰਗ ਹੈ, ਜਿਹਨੂੰ ਆਪਾਂ ਫ੍ਰੀਕੁਐਂਸੀ ਸੈਪਰੇਸ਼ਨ ਕਹਿੰਦੇ ਹਾਂ, ਉਹਨੂੰ ਆਪਾਂ ਗਾਰਡ ਬੈਂਡ ਵੀ ਕਹਿੰਦੇ ਆ। ਉਹਦਾ ਇੱਕ ਹੋਰ ਨਾਮ ਹੁੰਦਾ that is called guard band। ਇਹ ਕੀ ਕਰਦਾ, ਇਹਨਾਂ ਦੋਨਾਂ ਦੇ ਵਿੱਚ ਸਪੇਸਿੰਗ ਜਨਰੇਟ ਕਰਦਾ। ਠੀਕ ਹੈ, ਸੋ ਇਹ ਕੁਐਸਚਨ ਆਉਂਦਾ ਹੁੰਦਾ ਬਲੈਂਕਸ ਵਿੱਚ ਕਿ FDD ਦੇ ਵਿੱਚ ਜਿਹੜੀ ਸੈਪਰੇਸ਼ਨ ਹੁੰਦੀ ਹੈ ਫ੍ਰੀਕੁਐਂਸੀ ਦੇ ਵਿੱਚ, ਉਹਨੂੰ ਕੀ ਨਾਮ ਦਿੱਤਾ ਜਾਂਦਾ? ਸੋ that is called guard band। ਠੀਕ ਹੈ, ਅੱਗੇ ਚੱਲਦੇ ਹਾਂ। the difference between two frequencies also known as frequency split, which remains constant and must be large enough to allow the use of low cost technique to separate the two signals। ਹੁਣ ਉਹ ਕਹਿੰਦੇ ਕਿ ਜਿਹੜੀ frequency split ਹੁੰਦੀ ਹੈ that must be large, ਉਹ ਇੰਨੀ ਕੁ ਲਾਰਜ ਹੋਵੇ ਕਿ ਇਹਨਾਂ ਦੋਨਾਂ ਦੇ ਵਿੱਚ ਕੋਈ ਧਿਆਨ ਨਾ ਰੱਖਣਾ ਪਵੇ frequency interference ਦਾ, ਕਿ ਆਟੋਮੈਟਿਕਲੀ ਉਹ ਇੰਟਰਫੇਰੈਂਸ ਨਾ ਕਰਨ, low cost technique use ਹੋ ਸਕੇ। Otherwise the transmit and receive signal may adversely affected by one another। ਜੇ ਉਹਦੇ 'ਚ frequency splitting ਘੱਟ ਹੋਵੇ, separation ਘੱਟ ਹੋਵੇ, ਤਾਂ ਸਾਨੂੰ ਵਿੱਚ ਇੱਕ ਸਰਕਟ ਲਗਾਉਣਾ ਪੈਣਾ ਜਿਹੜਾ ਪ੍ਰੋਪਰ ਟਿਊਨਿੰਗ ਕਰਕੇ ਸਿਗਨਲ ਭੇਜਦਾ ਕਿ frequency ਥੋੜੀ ਬਹੁਤੀ ਵੀ ਉੱਪਰ ਥੱਲੇ ਨਾ ਹੋਵੇ ਤਾਂ ਕਿ ਇਫੈਕਟ ਨਾ ਹੋਵੇ। ਕਲੀਅਰ FDD? ਹਾਂਜੀ ਸਰ। ਸਰ ਜਿੱਦਾਂ ਹੁਣ ਆਪਾਂ ਕਿਸੇ ਨੂੰ ਕਾਲ ਕਰੀਦਾ ਤੇ ਉਦੋਂ ਦੋ ਚੈਨਲ ਹੋ ਜਾਂਦੇ ਆ, ਕਵਰ ਹੋ ਜਾਂਦੇ ਆ। ਹਮੇਸ਼ਾ MSC ਨੇ ਇੱਕ ਚੈਨਲ ਪੇਅਰ ਨੂੰ ਐਲੋਕੇਟ ਕਰਨਾ ਹੈ। ਚੈਨਲ ਪੇਅਰ ਦਾ ਮਤਲਬ ਦੋ ਫ੍ਰੀਕੁਐਂਸੀਜ਼, ਇੱਕ ਫਾਰਵਰਡ ਚੈਨਲ, ਇੱਕ ਰਿਵਰਸ ਚੈਨਲ। ਇੱਕ ਚੈਨਲ ਤੋਂ ਸਾਨੂੰ ਲੋਕੇਟ ਹੁੰਦਾ, ਦੂਜੇ ਨੂੰ ਲੋਕੇਟ ਹੁੰਦਾ। ਨਾ ਮਤਲਬ ਦੋ ਚੈਨਲ ਏਦਾਂ ਦੇ ਹੋਣਗੇ ਕਿ ਮੋਬਾਈਲ ਸਟੇਸ਼ਨ ਨੇ ਜਦੋਂ ਬੇਸ ਸਟੇਸ਼ਨ ਨੂੰ ਸਾਡੀ ਆਵਾਜ਼ ਭੇਜਣੀ ਹੈ ਤਾਂ ਉਹ ਇੱਕ ਅਲੱਗ ਫ੍ਰੀਕੁਐਂਸੀ ਤੇ ਭੇਜੇਗਾ, ਤੇ ਜਿਹੜੀ ਬੇਸ ਸਟੇਸ਼ਨ ਵੱਲੋਂ ਸਾਨੂੰ ਆਵਾਜ਼ ਆਏਗੀ ਉਹ ਅਲੱਗ ਫ੍ਰੀਕੁਐਂਸੀ ਤੇ ਆਏਗੀ। ਤੇ ਉਹ ਮਤਲਬ ਸੇਮ ਫ੍ਰੀਕੁਐਂਸੀ ਨੇੜੇ ਤੇੜੇ ਹੁੰਦੀਆਂ ਕਿ ਵਿੱਚ ਸੈਪਰੇਸ਼ਨ ਹੁੰਦੀ ਹੈ? ਵਿੱਚ ਜਿੱਦਾਂ ਮੰਨ ਲਓ ਇੱਕ ਵਿੱਚ ਵਾਲੀ ਫ੍ਰੀਕੁਐਂਸੀ ਵੀ ਯੂਜ਼ ਹੁੰਦੀਆਂ ਕਿ ਨਹੀਂ? ਕੀ ਹੁੰਦੀਆਂ? ਜਿਹੜੀਆਂ ਉਹ ਮਤਲਬ ਦੋ ਅਲੱਗ-ਅਲੱਗ ਫ੍ਰੀਕੁਐਂਸੀ ਯੂਜ਼ ਕਰ ਰਹੇ ਆਪਾਂ, ਤੇ ਜਿਹੜੀਆਂ ਉਹਨਾਂ ਦੇ ਸੈਂਟਰ ਵਾਲੀਆਂ ਉਹ ਵੀ ਯੂਜ਼ ਹੁੰਦੀਆਂ? ਨਹੀਂ ਯਾਰ, ਏਦਾਂ ਹੁੰਦਾ, ਮੰਨ ਲਾ 24 ਤੇ 26, 24 ਮੈਗਾਹਰਟਜ਼ ਮੰਨ ਲਓ ਡਾਊਨ ਲਿੰਕ ਹੈ, 26 ਮੈਗਾਹਰਟਜ਼ ਮੰਨ ਲਓ ਅਪ ਲਿੰਕ ਹੈ। ਏਦਾਂ ਹੁੰਦਾ। ਵਿੱਚ ਜਿਹੜਾ 25 ਮੈਗਾਹਰਟਜ਼, ਜਿਹੜਾ 2 ਮੈਗਾਹਰਟਜ਼ ਦਾ ਗੈਪ ਹੈ, that is called guard band। ਠੀਕ ਹੈ, ਉਹ ਗਾਰਡ ਬੈਂਡ ਨੇ ਸੈਪਰੇਟ ਕਰਨਾ ਦੋਨੋਂ ਫ੍ਰੀਕੁਐਂਸੀਜ਼ ਨੂੰ। ਮਤਲਬ 25 ਵੀ ਆਪਾਂ ਯੂਜ਼ ਕਰ ਰਹੇ ਹਾਂ? ਹਾਂ, ਉਹ ਗਾਰਡ ਬੈਂਡ ਵੀ ਜਿਹੜਾ ਹੈ ਉਹ ਇਹਦਾ ਹੀ ਮਤਲਬ ਇਹਦੀ ਉਹ ਹੈ ਜਿੱਦਾਂ ਓਵਰਹੈਡ, ਇਹ ਦੋਨਾਂ ਨੂੰ ਵੱਖਰਾ ਕਰਕੇ ਰੱਖਦਾ। ਤੇ ਇਹਦਾ ਮਤਲਬ ਆਪਾਂ ਫਿਰ 3 ਫ੍ਰੀਕੁਐਂਸੀ ਯੂਜ਼ ਕਰਦੇ ਇੱਕ ਕਾਲ ਦੇ? 3 ਫ੍ਰੀਕੁਐਂਸੀ ਨਹੀਂ ਕਰਦੇ ਆਪਾਂ, ਇੱਕ ਰੇਂਜ ਆਫ ਫ੍ਰੀਕੁਐਂਸੀ ਯੂਜ਼ ਕਰਦੇ ਹਾਂ।
ਫ੍ਰੀਕੁਐਂਸੀਜ਼ ਮਤਲਬ ਜਿੱਦਾਂ ਇੱਕ ਬੈਂਡਵਿਡਥ ਯੂਜ਼ ਕਰਦੇ ਆ bandwidth, ਉਹਦੇ ਚ ਦੋ ਜਿੱਦਾਂ ਯਾਰ ਮੋਡਿਊਲ ਹੈ, ਮੰਨ ਲਓ ਸਾਡੇ ਕੋਲ ਇੱਕ ਨਾਰਮਲ RF ਮੋਡਿਊਲ ਹੈ, ਉਹ 44.4 ਮੈਗਾਹਰਟਜ਼ ਤੇ ਕੰਮ ਕਰ ਰਿਹਾ, ਠੀਕ ਹੈ। ਦੂਜੇ ਪਾਸੇ ਤੋਂ ਇੱਕ ਹੋਰ ਮੋਡਿਊਲ ਲੱਗਾ, 44.8 ਮੈਗਾਹਰਟਜ਼ ਤੇ ਕੰਮ ਕਰ ਰਿਹਾ। ਹੁਣ ਇਹ ਦੋਨੋਂ ਅਲੱਗ-ਅਲੱਗ ਹੈ, ਇਹਦੇ ਵਿੱਚ ਜਿਹੜੀ ਫ੍ਰੀਕੁਐਂਸੀ ਹੈ ਕਿਤੇ ਵੀ ਨਹੀਂ ਯੂਜ਼ ਹੋ ਰਹੀ, ਆਪਾਂ ਨੂੰ ਯੂਜ਼ ਨਹੀਂ ਕਰ ਰਹੇ, ਆਪਾਂ ਨੂੰ ਯੂਜ਼ ਹੀ ਨਹੀਂ ਕਰ ਰਹੇ, ਮਤਲਬ ਉਹ ਯੂਜ਼ਫੁਲ ਨਹੀਂ ਹੈ, ਬਟ ਉਹ ਸੈਪਰੇਸ਼ਨ ਹੈ ਕਿ ਉੱਥੇ ਪੁਆਇੰਟ ਨੂੰ ਕੰਮ ਕਰ ਹੀ ਨਹੀਂ ਰਹੇ ਉਸ ਪੁਆਇੰਟ ਤੇ। ਅੱਛਾ, ਤਾਂ ਕਿ ਇੰਟਰਫੇਅਰ ਨਾ ਹੋਣ। ਹਾਂ, ਤਾਂ ਕਿ ਇੰਟਰਫੇਅਰ ਨਾ ਹੋਵੇ। ਏਦਾਂ ਹੀ ਹਰ ਚੈਨਲ ਬਣਿਆ ਹੋਇਆ, ਚੈਨਲ ਦਾ ਬੈਂਡ ਬਣਿਆ ਹੋਇਆ ਕਿ ਇਹ ਫ੍ਰੀਕੁਐਂਸੀ ਅਗਰ ਟਰਾਂਸਮਿਟਰ ਨੂੰ ਦੇਣੀ ਹੈ ਜਾਂ ਫਾਰਵਰਡ ਚੈਨਲ ਨੂੰ ਦੇਣੀ ਤਾਂ ਰਿਸੀਵਰ ਨੂੰ ਦੇਣੀ ਪੈਣੀ, ਵਿਚਲੀ ਜਿਹੜੀ ਆ ਉਹ ਯੂਜ਼ ਹੀ ਨਹੀਂ ਹੋਣੀ। ਓਕੇ ਸਰ। ਠੀਕ ਹੈ, ਸੋ FDD ਹਾਂਜੀ। ਜਿਹੜਾ ਆਪਾਂ ਨਾਰਮਲ ਗੱਲਾਂ ਕਰਦੇ ਫੋਨ ਤੇ, ਉਹਦੇ ਵਿੱਚ FDD ਹੀ ਯੂਜ਼ ਹੁੰਦਾ ਆਲਮੋਸਟ, ਬਟ ਕਈ ਸਿਸਟਮ ਏਦਾਂ ਦੇ ਹੁੰਦੇ ਸੈਲੂਲਰ ਸਿਸਟਮ ਜਿਹ 'ਚ ਆਪਾਂ FDD ਨਹੀਂ ਯੂਜ਼ ਕਰਦੇ, ਉਹਦੇ 'ਚ ਆਪਾਂ TDD ਯੂਜ਼ ਕਰਦੇ ਆ। TDD ਦੀ ਫੁੱਲ ਫਾਰਮ ਹੈ ਟਾਈਮ ਡਿਵੀਜ਼ਨ ਡੁਪਲੈਕਸਿੰਗ। ਹੁਣ ਇਹਦੇ ਵਿੱਚ ਟਰਾਂਸਮਿਟਰ ਬੇਸ ਸਟੇਸ਼ਨ ਤੇ ਮੋਬਾਈਲ ਸਟੇਸ਼ਨ ਦੋਨਾਂ ਦੇ ਵਿੱਚ ਸਾਈਮਲਟੇਨੀਅਸਲੀ ਕਾਲ ਹੋਣੀ ਹੈ, ਬਟ ਜਿਹੜਾ ਚੈਨਲ ਯੂਜ਼ ਹੋ ਰਿਹਾ ਇੱਕੋ ਯੂਜ਼ ਹੋਣਾ। ਹੁਣ ਇੱਕੋ ਚੈਨਲ ਨੂੰ ਆਪਾਂ ਦੋਨੋਂ ਪਾਸੇ ਕਿੱਦਾਂ ਸੈਂਡ ਕਰ ਰਹੇ ਆ, ਉਹਨਾਂ ਦੇ ਵਿੱਚ ਗੈਪ ਕੀ ਹੋਣਾ, that is the time division, ਮਤਲਬ ਉਹਨਾਂ ਦੇ ਵਿੱਚ ਜਿਹੜੀ ਸੈਪਰੇਸ਼ਨ ਹੋਣੀ ਹੈ that is in the time slots। that means ਬੇਸ ਸਟੇਸ਼ਨ ਨੇ ਪਹਿਲਾਂ ਮੋਬਾਈਲ ਸਟੇਸ਼ਨ ਨੂੰ ਸਿਗਨਲ ਸੈਂਡ ਕਰਨਾ, ਜਦੋਂ ਉਧਰ ਸੈਂਡ ਹੋ ਗਿਆ ਫਿਰ ਥੋੜਾ ਜਿਹਾ ਗੈਪ ਆਏਗਾ ਟਾਈਮ ਦਾ, ਫਿਰ ਇਧਰੋਂ ਦੀ ਸਿਗਨਲ ਵਾਪਸ ਜਾਏਗਾ ਟੁਵਾਰਡ ਦਾ ਬੇਸ ਸਟੇਸ਼ਨ, ਐਂਡ that process is called time division duplexing। ਹੁਣ ਕਈ ਕਹਿੰਦੇ ਆ, ਜੇ ਮੈਂ ਇਹਦੇ ਤੇ ਡਿਬੇਟ ਕਰਨ ਤੇ ਆ ਜਾ ਤੇ ਮੈਨੂੰ ਕਈ ਬੰਦੇ ਕਹਿੰਦੇ ਆ ਕਿ ਡੁਪਲੈਕਸਿੰਗ ਤਾਂ ਹੋਈ ਨਹੀਂ ਇਹਦੇ ਵਿੱਚ, ਕਿ ਸਾਈਮਲਟੇਨੀਅਸਲੀ ਤਾਂ ਸਿਗਨਲ ਸੈਂਡ ਕਰ ਹੀ ਨਹੀਂ ਪਾ ਰਹੇ ਆਪਾਂ। ਪਹਿਲਾਂ ਬੇਸ ਸਟੇਸ਼ਨ ਨੂੰ ਅਲਾਉ ਕੀਤਾ ਗਿਆ ਕਿ ਤੂੰ ਸਿਗਨਲ ਸੈਂਡ ਕਰ ਦੇ ਮੋਬਾਈਲ ਸਟੇਸ਼ਨ ਵੱਲ, ਫਿਰ ਜਦੋਂ ਉਧਰ ਸਿਗਨਲ ਪਹੁੰਚ ਗਿਆ ਫਿਰ ਥੋੜੇ ਟਾਈਮ ਬਾਅਦ ਮੋਬਾਈਲ ਸਟੇਸ਼ਨ ਨੂੰ ਕਿਹਾ ਗਿਆ ਤੂੰ ਸਿਗਨਲ ਸੈਂਡ ਕਰ ਦੇ ਬੇਸ ਸਟੇਸ਼ਨ। ਦੈਟ ਮੀਨ ਸਾਈਮਲਟੇਨੀਅਸਲੀ ਨਹੀਂ ਹੋਇਆ ਨਾ, ਨਹੀਂ ਸਰ। ਤੇ ਫਿਰ ਇਹਨੂੰ ਡੁਪਲੈਕਸਿੰਗ ਨਾਮ ਕਿਉਂ ਦਿੱਤਾ ਗਿਆ? ਇਹਦੇ ਬਾਰੇ ਲੈਸ ਦੈਨ 1 ਮਿੰਟ ਰਹਿ ਗਿਆ, ਮੈਂ ਇਹਨੂੰ ਸਟਾਪ ਕਰਨ ਲੱਗਾ ਵੀਡੀਓ ਨੂੰ, ਦੁਬਾਰਾ ਆ ਜਾਓ। ਠੀਕ ਹੈ, ਹਾਂਜੀ ਹਾਂਜੀ। ਸੋ ਇਹਦੇ ਵਿੱਚ ਡੁਪਲੈਕਸਿੰਗ ਵਰਡ ਕਿੱਥੋਂ ਆ ਗਿਆ? ਬੇਸਿਕਲੀ ਦਿਸ ਇਜ਼ ਨਾਟ ਅ ਪ੍ਰੋਪਰ ਡੁਪਲੈਕਸਿੰਗ ਯਾਰ। ਇਹ ਜਿਹੜੀ ਡੁਪਲੈਕਸਿੰਗ ਟੈਕਨੀਕ ਹੈ ਦਿਸ ਇਜ਼ ਨਾਟ ਪ੍ਰੋਪਰ ਡੁਪਲੈਕਸਿੰਗ, ਇਹਨੂੰ ਆਪਾਂ ਇੰਪ੍ਰੋਪਰ ਡੁਪਲੈਕਸਿੰਗ ਕਹਿੰਦੇ ਆ। ਬਟ ਜੇ ਆਪਾਂ ਫ੍ਰੀਕੁਐਂਸੀ, ਤੁਹਾਨੂੰ ਪਤਾ ਕਿਹੜੀ ਸਪੀਡ ਦੇ ਉੱਤੇ ਡੀਲ ਕਰਦੀ ਹੈ, ਮਤਲਬ ਜਿਹੜਾ ਆਪਾਂ ਸਿਗਨਲ EM ਵੇਵ ਸੈਂਡ ਕਰਦੇ ਆ ਉਹਦੀ ਸਪੀਡ ਕੀ ਹੁੰਦੀ ਹੈ? ਲਾਈਟ ਦੀ ਸਪੀਡ। ਲਾਈਟ ਦੀ ਸਪੀਡ, that is 3 into 10 raised to power minus 8, 10 है ना? -19 ਜਾਂ -16 ਕੁਛ ਸੀਗਾ ਸ਼ਾਇਦ। ਚਲੋ ਜੋ ਵੀ ਸੀ, ਮਤਲਬ ਇੰਨੇ ਮੀਟਰ ਪਰ ਸੈਕਿੰਡ ਕਵਰ ਅਪ ਕਰਦਾ ਹੈ ਨਾ। ਸੋ ਹਾਂਜੀ ਹਾਂਜੀ। ਉਹ ਜਿਹੜੀ ਸਿਗਨਲ ਦੀ ਸਪੀਡ ਹੈ ਨਾ ਬਹੁਤ ਤੇਜ਼ ਹੈ, ਕਿ ਆਪਾਂ ਤੁਸੀਂ ਕਦੀ ਨਾ ਬੱਦਲ ਗਰਜਦੇ ਦੇਖੇ ਆ? ਬੜੀ ਇਸ ਤਰ੍ਹਾਂ ਹੁਣੇ ਗਰਜਦੇ ਪਏ ਸੀ। ਹਾਂਜੀ ਸਰ, ਹੁਣੇ ਗਰਜਦੇ ਹੈ। ਹਾਂ, ਉਹ ਹੁਣੇ ਗਰਜਦੇ ਆ। ਉਹਦੇ ਵਿੱਚ ਜਿਹੜੀ ਲਾਈਟ ਸਾਨੂੰ ਦਿਖਦੀ ਹੈ ਬੱਦਲ ਗਰਜਣ ਦੀ, ਉਹ ਪਹਿਲਾਂ ਦਿਖਦੀ ਆ, ਆਵਾਜ਼ ਸਾਡੇ ਕੋਲ ਬਾਅਦ ਚੋਂ ਆਉਂਦੀ ਹੈ। ਹਾਂਜੀ ਸਰ, ਲਾਈਟ ਪਹਿਲੇ ਦਿਖਦੀ ਹੈ, ਸਪੀਡ ਆਵਾਜ਼ ਆਫ ਬਾਅਦ ਚ। ਸਾਊਂਡ ਘੱਟ ਹੁੰਦੀ ਹੈ ਸਰ ਲਾਈਟ ਨਾਲ ਤਾਂ। ਹਾਂ, ਹਾਂਜੀ। ਹੁਣ Light ਉਸ ਦੀ speed ਸਪੀਡ ਜ਼ਿਆਦਾ ਨਾਲ ਮਤਲਬ ਆਪਾਂ ਅਗਰ ਸਿਗਨਲ ਸੈਂਡ ਕਰੀਏ, ਮਤਲਬ ਸਾਡਾ ਸਿਗਨਲ ਯਾਰ ਇੱਥੋਂ ਦੀ ਮੈਂ ਫੋਰਨ ਕੰਟਰੀ ਵੀ ਪਹੁੰਚਾਣਾ ਹੋਵੇ ਤਾਂ ਵਿਦਿਨ ਨੈਨੋ ਸੈਕਿੰਡਸ ਪਹੁੰਚ ਜਾਂਦਾ, ਮਤਲਬ ਇੰਨਾ ਕੁ ਸਾਡਾ ਸਿਸਟਮ ਜਿਹੜਾ ਸੈਲੂਲਰ ਸਿਸਟਮ ਉਹ ਕੰਪਲੈਕਸ ਤੇ ਵਧੀਆ ਬਣਿਆ ਹਨਾ। ਆਪਾਂ ਗੱਲ ਕਰਦੇ ਆ ਤੇ ਆਪਾਂ ਨੂੰ ਹੈਲੋ ਬੋਲਦੇ, ਉਧਰੋਂ ਜਵਾਬ ਆ ਵੀ ਜਾਂਦਾ। ਜੇ ਇੰਨੀ ਸਪੀਡ ਦੇ ਉੱਤੇ ਗੱਲ ਚੱਲ ਰਹੀ ਹੈ ਤਾਂ ਸਾਨੂੰ ਮਤਲਬ ਉਹ ਚੀਜ਼ ਦਾ ਅਹਿਸਾਸ ਹੀ ਨਹੀਂ ਹੋਣਾ ਕਿ ਆਪਾਂ ਬੇਸ ਸਟੇਸ਼ਨ ਤੋਂ ਸਿਗਨਲ ਸੈਂਡ ਕਰਤਾ ਮੋਬਾਈਲ ਸਟੇਸ਼ਨ ਤੇ। ਮੋਬਾਈਲ ਸਟੇਸ਼ਨ ਤੇ ਜਿੱਦਾਂ ਹੀ ਪਹੁੰਚਿਆ ਉਹਨੇ ਕੀ ਕਰਨਾ, ਮੋਬਾਈਲ ਸਟੇਸ਼ਨ ਨੂੰ ਅਲਾਉ ਕਰ ਦੇਣਾ ਸਿਗਨਲ ਵਾਪਸ ਭੇਜਣ ਲਈ। ਠੀਕ ਹੈ, ਵਾਕੀ ਟਾਕੀ ਸੁਣਿਆ ਕਦੀ? ਹਾਂਜੀ ਸਰ। ਵਾਕੀ ਟਾਕੀ ਹਾਂਜੀ ਕੀ sir। ਹੁੰਦਾ ਕਿ ਇੱਕ ਪਾਸੇ ਜਦੋਂ ਸਿਗਨਲ ਆਉਂਦਾ ਨਾ, ਬੰਦਾ ਬੋਲਦਾ, ਉਹ ਜਿੱਦਾਂ ਹੀ ਰੋਜਰ ਬੋਲਦਾ ਨਾ, ਮਤਲਬ ਉਹ ਜਿੱਦਾਂ ਹੀ ਉਹ ਆਪਣੀ ਗੱਲ ਨੂੰ ਖਤਮ ਕਰਦਾ, ਦੂਜੇ ਪਾਸੇ ਬੰਦਾ ਬੋਲਣਾ ਸ਼ੁਰੂ ਕਰ ਦਿੰਦਾ। ਹਾਂਜੀ ਸਰ।
ਉਹ ਜਿਹੜਾ ਪ੍ਰੋਸੈਸ ਹੈ ਨਾ, ਹੁਣ ਦੇਖੋ ਹੈ ਤਾਂ ਉਹ ਵੀ ਸਾਈਮਲਟੇਨੀਅਸਲੀ ਆਪਸ ਚ ਗੱਲਾਂ ਤਾਂ ਕਰ ਰਹੇ ਆ, ਪਰ ਉਹ ਪਹਿਲਾਂ ਸੁਣਦਾ ਹੈ। ਮੋਬਾਈਲ ਸਟੇਸ਼ਨ ਉਸ ਇੱਕ ਵਾਕੀ ਟਾਕੀ ਜਿਹੜਾ ਆ ਉਹ ਦੂਜੇ ਵਾਕੀ ਟਾਕੀ ਨੂੰ ਸੁਣਦਾ ਹੈ। ਜਦੋਂ ਸੁਣ ਲੈਂਦਾ ਫਿਰ ਉਹ ਜਵਾਬ ਦਿੰਦਾ। ਹੁਣ ਉਸ ਟਾਈਮ ਤੇ ਦੋ ਫ੍ਰੀਕੁਐਂਸੀਜ਼ ਪਾਉਣ ਦਾ ਮਤਲਬ ਹੀ ਨਹੀਂ ਹੈ। ਸਿਸਟਮ ਦੇ ਵਿੱਚ ਦੋ ਫ੍ਰੀਕੁਐਂਸੀਜ਼ ਨੂੰ ਐਲੋਕੇਟ ਕਰਨ ਦਾ ਕੋਈ ਮਤਲਬ ਨਹੀਂ ਹੈ, ਬਿਕੋਜ਼ ਉਹਨਾਂ ਦਾ ਇੱਕ ਪ੍ਰੋਪਰ ਪ੍ਰੋਟੋਕੋਲ ਹੈ ਕਿ ਪਹਿਲਾਂ ਤੁਸੀਂ ਇੱਕ ਵਾਕੀ ਟਾਕੀ ਤੋਂ ਸੁਣਨਾ ਹੈ, ਦੈਨ ਜਦੋਂ ਤੁਸੀਂ ਸੁਣ ਲਿਆ, ਉਹਨੇ ਰੋਜਰ ਬੋਲਿਆ, ਉਸ ਤੋਂ ਬਾਅਦ ਤੁਸੀਂ ਆਪਣੀ ਲਾਈਨ ਬੋਲਣੀ। ਠੀਕ ਹੈ। ਔਰ ਉਹ ਕੀ ਕਰਦੇ ਆ, ਉਹ ਜਿਹੜਾ ਸਿਸਟਮ ਹੈ ਨਾ ਉਹ ਇੱਕੋ ਫ੍ਰੀਕੁਐਂਸੀ ਦੇ ਉੱਤੇ ਡੀਲ ਕਰਦਾ ਹੁੰਦਾ ਕਿ ਜਿਹੜੀ ਫ੍ਰੀਕੁਐਂਸੀ ਸਾਨੂੰ ਆਈ ਹੈ ਉਸੇ ਤੇ ਹੀ ਆਪਾਂ ਸਿਗਨਲ ਵਾਪਸ ਭੇਜਣਾ। ਜਿਹੜੀ ਗੱਡੀ ਦੇ ਸਾਨੂੰ ਸਮਾਨ ਆਇਆ, ਆਪਾਂ ਉਸ ਗੱਡੀ ਤੋਂ ਸਮਾਨ ਲਾ ਕੇ ਫਿਰ ਆਪਾਂ ਆਪਣਾ ਸਮਾਨ ਅਪਲੋਡ ਕਰਕੇ ਉਹੀ ਗੱਡੀ ਵਾਪਸ ਭੇਜ ਦੇਣੀ ਦੂਜੇ ਐਂਡ ਤੇ। ਸਰ ਵਾਕੀ ਟਾਕੀ ਦਾ ਹਾਫ ਡੁਪਲੈਕਸ ਨਹੀਂ ਹੈ? ਉਹੀ ਹੈ, ਬਟ ਇਹਨਾਂ ਨੇ ਸਿਸਟਮ ਨੂੰ ਇੰਨਾ ਕੁ ਫਾਸਟ ਬਣਾਇਆ ਹੋਇਆ। ਬੇਸਿਕਲੀ ਇਟ ਇਜ਼ ਅ ਹਾਫ ਡੁਪਲੈਕਸਿੰਗ ਜੇ ਆਪਾਂ ਇਹਦੀ ਗੱਲ ਕਰੀਏ, ਬਟ ਸਿਸਟਮ ਨੂੰ ਇੰਨਾ ਕੁ ਫਾਸਟ ਬਣਾਇਆ ਜਿਹੜਾ ਵਿੱਚ ਟਾਈਮ ਗੈਪ ਹੈ ਨਾ, ਜਿਹੜਾ ਟਾਈਮ ਸਲੋਟ ਹੈ ਜਿਹਦੇ ਵਿੱਚ ਡਿਫਰੈਂਸ ਆ ਰਿਹਾ ਰਿਸੀਵਿੰਗ ਤੇ ਟ੍ਰਾਂਸਮਿਟਿੰਗ, ਉਹ ਇੰਨਾ ਕੁ ਘੱਟ ਹੈ ਨਾ, ਨੈਨੋ ਸੈਕਿੰਡ ਹੈ ਕਿ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਕਿ ਮੇਰੇ ਵਿੱਚ ਪਹਿਲਾਂ ਮੈਂ ਉਸੇ ਫ੍ਰੀਕੁਐਂਸੀ ਤੋਂ ਰਿਸੀਵ ਕੀਤਾ, ਉਸੇ ਤੋਂ ਟ੍ਰਾਂਸਮਿਟ ਕਰ ਰਿਹਾ। ਮਤਲਬ ਦੋਨਾਂ ਨਾਲ ਜਿਹੜੀ ਸਿਗਨਲ ਦੀ ਗੱਲਬਾਤ ਹੋ ਰਹੀ ਹੈ ਉਹ ਇੱਕ ਦੂਜੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਸਾਈਮਲਟੇਨੀਅਸਲੀ ਕਰ ਰਿਹਾ ਜਾਂ ਨਹੀਂ, ਕਿਉਂਕਿ ਉਹ ਜਿਹੜਾ ਗੈਪ ਹੈ, ਟਾਈਮ ਸਲੋਟ ਹੈ ਜਿਹੜਾ, ਉਹ ਬਹੁਤ ਘੱਟ ਹੁੰਦਾ। ਇਸ ਕਰਕੇ ਉਹਨੂੰ ਨਾਮ ਡੁਪਲੈਕਸਿੰਗ ਹੀ ਦਿੱਤਾ ਹੋਇਆ, ਮਤਲਬ ਉਹਦੀ ਜਿਹੜੀ ਡੀਲ ਹੈ ਉਹ ਡੁਪਲੈਕਸਿੰਗ ਹੀ ਰੱਖੀ, ਬਟ ਐਕਚੁਅਲ ਦੇ ਵਿੱਚ ਉਹ ਡੁਪਲੈਕਸਿੰਗ ਹੈ ਨਹੀਂ, ਉਹ ਹਾਫ ਡੁਪਲੈਕਸਿੰਗ ਹੈ। ਠੀਕ ਹੈ। ਜਿੱਦਾਂ ਆਪਾਂ ਕਹਿੰਦੇ ਨਾ ਕਿ ਕੋਈ ਚੀਜ਼ ਨੈਗਲੀਜੀਬਲ ਹੈ ਤਾਂ ਉਹਨੂੰ ਇਗਨੋਰ ਕਰ ਦੋ, ਸੇਮ ਇਹਦੇ ਵਿੱਚ ਵੀ ਉਹੀ ਚੀਜ਼ ਹੈ। ਸਿਗਨਲ ਜਿਹੜਾ ਆ, ਇੱਥੇ ਤੁਹਾਨੂੰ ਮੈਂ ਡਾਇਗਰਾਮ ਦਿਖਾਣਾ, ਦੇਖੋ ਆਹ TDD ਦਾ ਡਾਇਗਰਾਮ ਹੈ। ਹੁਣ ਇਹਦੇ ਵਿੱਚ ਇੱਕੋ ਹੀ ਚੈਨਲ ਯੂਜ਼ ਹੋ ਰਿਹਾ, ਆ ਸਿੰਗਲ ਚੈਨਲ ਹੈ, ਉਹ ਟ੍ਰਾਂਸਮਿਟ ਕਰ ਰਿਹਾ ਪਹਿਲਾਂ ਸਿਗਨਲ ਨੂੰ, ਮਤਲਬ ਬੇਸ ਸਟੇਸ਼ਨ ਤੋਂ ਮੋਬਾਈਲ ਸਟੇਸ਼ਨ ਵੱਲ ਸਿਗਨਲ ਭੇਜ ਰਿਹਾ। ਫਿਰ ਇੱਕ ਗਾਰਡ ਟਾਈਮ ਆਏਗਾ ਵਿੱਚ, ਗਾਰਡ ਟਾਈਮ ਹੁੰਦਾ ਜਿਹੜਾ ਟਾਈਮ ਸੈਪਰੇਸ਼ਨ, ਉਹ ਜਿਹੜਾ ਟਾਈਮ ਸੈਪਰੇਸ਼ਨ ਹੈ ਉਹ ਬਹੁਤ ਘੱਟ ਹੋਏਗਾ। ਉਸ ਤੋਂ ਬਾਅਦ ਉਸੇ ਸਿਗਨਲ ਤੋਂ ਸਿਗਨਲ ਰਿਸੀਵ ਹੋਏਗਾ, ਮਤਲਬ ਉਸੇ ਫ੍ਰੀਕੁਐਂਸੀ ਤੇ ਸਿਗਨਲ ਰਿਸੀਵ ਹੋਏਗਾ। that is called the time division duplexing। ਟਾਈਮ ਦੇ ਵਿੱਚ ਜਿਸ ਚ ਡਿਵਾਈਡ ਕੀਤਾ ਜਾ ਰਿਹਾ ਸਿਗਨਲ ਦੋਨਾਂ ਦੇ ਵਿੱਚ। ਅਗਰ ਮੈਂ ਗੱਲ ਕਰਾਂ ਹੁਣ, ਟਾਈਮ ਡਿਵੀਜ਼ਨ ਡੁਪਲੈਕਸਿੰਗ ਜਿਹੜਾ ਆ, the time rather than the frequency is used to separate the transmission and reception of the signal। ਇਹਦੇ ਵਿੱਚ ਜਿਹੜੀ ਟ੍ਰਾਂਸਮਿਸ਼ਨ ਤੇ ਰਿਸੈਪਸ਼ਨ ਵਿੱਚ ਜਿਹੜਾ ਸੈਪਰੇਸ਼ਨ ਹੈ ਉਹ ਟਾਈਮ ਦਾ ਹੋਏਗਾ rather than the frequency। ਇਸ ਕਰਕੇ ਇਹਦਾ ਨਾਮ ਹੀ ਟਾਈਮ ਡਿਵੀਜ਼ਨ ਡੁਪਲੈਕਸਿੰਗ ਹੈ। A single frequency is assigned to a user for both the direction। ਇੱਕੋ ਹੀ ਫ੍ਰੀਕੁਐਂਸੀ ਦੇ ਉੱਤੇ ਡੀਲ ਕਰਨਗੇ ਦੋਨੋਂ ਡਾਇਰੈਕਸ਼ਨ ਦੇ ਵਿੱਚ ਯੂਜ਼ਰ, ਮੋਬਾਈਲ ਸਟੇਸ਼ਨ ਵੀ ਤੇ ਬੇਸ ਸਟੇਸ਼ਨ ਵੀ। ਬੇਸਿਕਲੀ ਸਿੰਪਲੀ ਮੈਂ ਇਹਨੂੰ ਕਹਿ ਸਕਦਾ, the splitting of channel is based on time slots। ਟਾਈਮ ਸਲੋਟ ਵੰਡਿਆ ਹੁੰਦਾ, ਪਹਿਲਾਂ ਬੇਸ ਸਟੇਸ਼ਨ ਨੂੰ ਕਿਹਾ ਜਾਂਦਾ ਤੂੰ ਮੋਬਾਈਲ ਸਟੇਸ਼ਨ ਨੂੰ ਸਿਗਨਲ ਭੇਜ, ਫਿਰ ਮੋਬਾਈਲ ਸਟੇਸ਼ਨ ਨੂੰ ਕਿਹਾ ਜਾਂਦਾ ਤੂੰ ਬੇਸ ਸਟੇਸ਼ਨ ਨੂੰ ਵਾਪਸ ਸਿਗਨਲ ਭੇਜ। ਠੀਕ ਹੈ। Unlike FDD, there is no need of two separate simplex channel। ਇਹਦੇ ਵਿੱਚ ਕੋਈ ਦੋ ਸਿੰਪਲੈਕਸ ਚੈਨਲ ਦੀ ਲੋਡ ਨਹੀਂ ਪੈਂਦੀ ਐਂਡ ਡੁਪਲੈਕਸਰ ਦੀ ਵੀ ਲੋਡ ਨਹੀਂ ਪੈਣੀ। So TDD has no duplexer, TDD has no two separate channel। It is having only one duplex channel ਜਿਹੜਾ ਦੋਨੋਂ ਸਾਈਡ ਤੇ ਆ ਜਾ ਸਕਦਾ, ਬਟ ਟਾਈਮ ਸਲੋਟ ਦਿੱਤਾ ਹੋਇਆ, ਦੋਨਾਂ 'ਚ ਵੱਖਰਾ ਵੱਖਰਾ ਟਾਈਮ ਦਿੱਤਾ ਹੋਏਗਾ। So it reduces the complexity of the circuit। but ਆਪਾਂ ਇਹਨੂੰ ਉੱਥੇ ਯੂਜ਼ ਕਰਦੇ ਹਾਂ ਜਿੱਥੇ ਸਾਨੂੰ ਪਤਾ ਹੈ ਕਿ ਇਹ ਚੱਲ ਸਕਦਾ ਟਾਈਮ, ਕਿ there is no ਮਾਰਾ ਮਾਰ ਕਿ ਸਾਨੂੰ ਸਿਗਨਲ ਦੋਨੋਂ ਪਾਸੇ ਸਾਈਮਲਟੇਨੀਅਸਲੀ ਪਹੁੰਚਾਉਣਾ ਪਵੇ। ਹੁਣ ਮੰਨ ਲਓ ਉਹੀ ਚੀਜ਼ ਮੈਂ ਕਹਿੰਦਾ ਕਿ ਤੁਸੀਂ ਇੱਕ ਡੀਲਰ ਹੋ, ਤੁਸੀਂ ਆਪਣਾ ਰॉ ਮਟੀਰੀਅਲ ਭੇਜਣਾ ਕਿਸੇ ਕੰਪਨੀ ਨੂੰ, ਠੀਕ ਹੈ, ਤੇ ਕੰਪਨੀ ਨੇ ਤੁਹਾਨੂੰ ਸਮਾਨ ਭੇਜਣਾ ਕੋਈ ਦੂਜਾ, ਠੀਕ ਹੈ, ਕੋਈ ਮੰਨ ਲਓ ਤੁਹਾਨੂੰ ਮਟੀਰੀਅਲ ਬਣਾ ਕੇ ਭੇਜਣਾ। ਹੁਣ ਤੁਸੀਂ ਦੋ ਟਾਈਮ ਤੇ ਸੇਮ ਟਾਈਮ ਤੇ ਦੋਨੋਂ ਗੱਡੀਆਂ ਅਲੱਗ-ਅਲੱਗ ਭੇਜੋਗੇ ਤਾਂ ਤੁਹਾਡਾ ਟਾਈਮ ਬਚੇਗਾ, ਬਟ ਤੁਹਾਡਾ ਕੋਸਟਿੰਗ ਵਧੇਗੀ। ਇੱਕ ਪਾਸੇ ਤੁਸੀਂ ਸਿਗਨਲ ਨੂੰ ਭੇਜ ਰਹੇ ਹੋ, ਦੂਜੇ ਪਾਸੇ ਸਿਗਨਲ ਨੂੰ ਰਿਸੀਵ ਕਰ ਰਹੇ ਹੋ, ਠੀਕ ਹੈ, ਦੋ ਅਲੱਗ-ਅਲੱਗ ਪੈਸੇ ਲੱਗਣਗੇ। ਦੂਜਾ ਹੈਗਾ ਕਿ ਸਾਨੂੰ ਟਾਈਮ ਦੀ ਪਰਵਾਹ ਨਹੀਂ ਹੈ, ਮੈਂ ਐਸੇ ਗੱਡੀ ਨੂੰ ਭੇਜ ਦਾਂਗਾ ਰॉ ਮਟੀਰੀਅਲ ਭੇਜਣ ਲਈ, ਉਧਰੋਂ ਜਿਹੜਾ ਮਾਲ ਬਣਿਆ ਹੋਏਗਾ ਉਹ ਮੈਨੂੰ ਵਾਪਸ ਆ ਜਾਏਗਾ। ਜੇ ਮੈਂ ਏਦਾਂ ਕਰ ਲਵਾਂ ਤਾਂ ਉਹਦੇ ਨਾਲ ਕੀ ਹੈ, ਮੇਰੀ ਕੰਪਲੈਕਸਿਟੀ ਘਟ ਜਾਏਗੀ, ਇੱਕੋ ਗੱਡੀ ਯੂਜ਼ ਹੋਏਗੀ, ਠੀਕ ਹੈ, ਤੇ ਮੇਰੀ ਕੋਸਟਿੰਗ ਵੀ ਘਟ ਆਏਗੀ। ਕਲੀਅਰ ਹੈ? ਹਾਂਜੀ ਸਰ। ਹਾਂਜੀ ਸਰ। ਦੋਨੋਂ ਸਿਸਟਮ ਆਪਣੇ ਹਾਂਜੀ ਸਰ। ਹੁੰਦੇ ਆ, ਪਰ ਐਪਲੀਕੇਸ਼ਨ ਦੇਖ ਕੇ ਕਿ ਕਿਹੜੀ ਐਪਲੀਕੇਸ਼ਨ ਦੀ ਸਾਨੂੰ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਇਹਨੂੰ ਯੂਜ਼ ਕੀਤਾ ਜਾਂਦਾ। ਅਗਰ
ਉਹ ਕਹਿ ਰਹੇ ਹੈ ਕਿ ਫਾਰਵਰਡ ਤੇ ਰਿਵਰਸ ਚੈਨਲ ਵਿੱਚ ਟਾਈਮ ਸਪਲਿਟਿੰਗ ਜਿਹੜੀ ਹੈ ਅਗਰ ਉਹ ਘੱਟ ਹੈ then there is a simultaneous transmission and reception to the user ਅਗਰ ਟਾਈਮ ਸਪਲਿਟਿੰਗ ਨੂੰ ਆਪਾਂ ਇੰਨਾ ਕੁ ਘਟਾ ਦਈਏ ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਸਾਡੀ ਆਵਾਜ਼ ਜਿਹੜੀ ਹੈ ਉਹ ਸਾਨੂੰ ਆ ਰਹੀ ਹੈ ਜਾਂ ਜਾ ਰਹੀ ਹੈ ਤਾਂ ਉਸ ਟਾਈਮ ਤੇ ਡੁਪਲੈਕਸਿੰਗ ਹੀ ਲੱਗੇਗੀ ਸਾਨੂੰ ਏਦਾਂ ਲੱਗੇਗਾ ਸਾਡੀ ਕਾਲ ਸਾਈਮਲਟੇਨੀਅਸਲੀ ਚੱਲ ਰਹੀ ਬਟ देयर आर ਸਮ ਗੈਪ ਜਿਹੜਾ ਕਿ ਨੈਗਲੀਜੀਬਲ ਹੁੰਦਾ it enables each transmitter to operate as either a transmitter or receiver on allocated frequency and eliminate the need for two separate frequency channels for forward and reverse transmission. This approach enable asymmetric traffic ਇਹਨੂੰ ਆਪਾਂ asymmetric traffic ਵੀ ਕਹਿੰਦੇ ਆ and time varying uplink and downlink demand ਇਹ ਉਦੋਂ ਯੂਜ਼ ਕਰਦੇ ਆ ਜਦੋਂ ਆਪਾਂ ਨੂੰ ਟਾਈਮਲੀ ਅਪਲਿੰਕ ਤੇ ਡਾਊਨਲਿੰਕ ਡਿਮਾਂਡ ਹੋਵੇ ਇੱਕ ਵਾਰੀ ਆਪਾਂ ਸਿਗਨਲ ਸੈਂਡ ਕਰਨਾ ਹੋਵੇ ਦੂਜੀ ਵਾਰੀ ਰਿਸੀਵ ਕਰਨਾ ਹੋਵੇ ਉੱਥੇ ਹੀ ਯੂਜ਼ ਕਰਾਂਗੇ ਇਹਦੀ ਜਿਹੜੀ ਡਰਾਬੈਕ ਹੈ ਦਾ ਮੇਨ ਡਰਾਬੈਕ ਆਫ TDDR ਲੇਟੈਂਸੀ ਇਹਦੇ ਸਭ ਤੋਂ ਵੱਡਾ ਰੋਲ ਹੈ ਕਿ ਥੋੜਾ ਜਿਹਾ ਲੇਟੈਂਸੀ ਆਏਗੀ ਠੀਕ ਹੈ ਜਿਹੜੀ ਕਿ ਸਾਨੂੰ ਸਿਗਨਲ ਰਿਸੀਵ ਕਰਨ ਤੇ ਟ੍ਰਾਂਸਮਿਟ ਕਰਨ 'ਚ ਥੋੜਾ ਗੈਪ ਦਿੰਦੀ ਹੈ ਠੀਕ ਹੈ ਕਲੀਅਰ ਹੈ ਐਂਡ ਇਟ ਨੀਡਸ ਦਾ ਸਿੰਕਰੋਨਾਈਜੇਸ਼ਨ ਵੀ ਜ਼ਰੂਰੀ ਹੈ ਕਿ ਪਤਾ ਹੋਣਾ ਚਾਹੀਦਾ ਕਦੋਂ ਸਿਗਨਲ ਰਿਸੀਵ ਹੋਇਆ ਤੇ ਕਦੋਂ ਆਪਾਂ ਟ੍ਰਾਂਸਮਿਟ ਕਰਨਾ ਮਤਲਬ ਦੋਨਾਂ ਦੇ ਵਿੱਚ ਟਾਈਮ ਸੈਪਰੇਸ਼ਨ ਦਾ ਪਤਾ ਹੋਣਾ ਚਾਹੀਦਾ ਕਲੌਕ ਹੁੰਦੀ ਹੈ ਆਪਸ ਵਿੱਚ ਓਕੇ ਸੋ ਦਿਸ ਇਜ਼ ਦੋਨਾਂ ਦੇ ਡਾਇਗਰਾਮ ਅਲੱਗ-ਅਲੱਗ ਹੈ ਇਹ FDD ਦਾ ਇਹ TDD ਦਾ ਦੋਨੋਂ ਆਪਾਂ ਨੂੰ ਪਤਾ ਹੋਣੇ ਚਾਹੀਦੇ ਦੋਨਾਂ ਦੇ ਬਾਰੇ ਲਾਈਨਾਂ ਪਤਾ ਹੋਣੀਆਂ ਚਾਹੀਦੀਆਂ ਸਰ ਇਹ ਉੱਪਰ ਵਾਲਾ TDD ਦਾ ਉਹ FDD ਦਾ ਡਾਇਗਰਾਮ ਹੈ ਨਾ ਹਾਂਜੀ ਇਹ FDD ਹੈ ਇਹ TDD ਉੱਪਰ TDD ਲਿਖਿਆ ਹੋਇਆ ਨਾ ਉਹ ਮੈਂ ਕ੍ਰੌਪ ਨਹੀਂ ਕਰ ਪਾਇਆ TDD ਤੇ ਤੁਸੀਂ ਆ ਨਹੀਂ ਬਣਾਉਣਾ ਸਿਰਫ ਆ ਬਣਾਉਣਾ ਠੀਕ ਹੈ ਸਰ FDD ਤੇ ਆ ਬਣਾਉਣਾ ਓਕੇ ਸਰ ਹੁਣ ਪੁੱਛ ਲਓ ਕੋਈ ਕੁਐਸਚਨ ਪੁੱਛਣਾ ਤੇ नहीं सर हो गया क्लियर है तरुण आपको होगा सर क्लियर ਨਾਲ ਪੁੱਛ ਲਿਆ ਸਰ ਜੀ तरुण जी सौरभ जी नो सर हो गया सर क्लियर मलिक clear sir हर्ष क्लियर सर ਉਹ ਕਿੱਥੇ ਗਈ ਕੁੜੀ ਸ਼ੈਤਾਨ ਕਿੱਥੇ ਗਈ ਭੱਜ ਗਈ ਉਹ ਬੰਕ ਭੇਜ सो गई होनी है ਚਲੋ ਕੋਈ ਨਹੀਂ this signal is this topic is over now ਹੁਣ ਆਪਾਂ ਗੱਲ ਕਰਾਂਗੇ ਨੈਕਸਟ ਟੌਪਿਕਸ ਦੀ ਜੋ ਕਿ ਹੈ FDMA TDMA CDMA ਉਹ ਅਗਲੇ ਲੈਕਚਰਸ ਦੇ ਵਿੱਚ ਕਰਾਂਗੇ ਠੀਕ ਹੈ ਕੰਪਲੀਟ ਡਿਸਕਸ਼ਨ हाँ जी सर ਰਾਈਟ ओके सर थैंक यू सर ਓਕੇ ਜੀ ਆਲ ਦਾ ਬੈਸਟ ਜਿਹਦੀ ਅਸਾਈਨਮੈਂਟ ਰਹਿ ਗਈ ਆ ਭੇਜ ਦਿਓ ਅੱਜ ਭੇਜਤੀ ਸਰ भेज दी सर भेज ਬੇਟਾ ਮੇਰੀ ਗੱਲ ਸੁਣੋ ਜਿਹਦੀ ਰਹਿ ਗਈ ਓਕੇ 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 ਜਿਹੜੀ ਰਹਿ ਗਈ ਨਹੀਂ ਪਤਾ